ਮਾਵਾਂ ਦੇ ਜਿਹੜੇ ਪ੍ਰਭਾਵ ਨੇ ਮੇਰਾ ਖਿਆਲ ਉਹ ਅੱਗੇ ਬੱਚਿਆਂ ਦੇ ਬੱਚਿਆਂ ਤੱਕ ਚਲੇ ਜਾਂਦੇ। ਸੋ ਤੁਹਾਡੇ ਅੰਦਰ ਇੱਕ ਮਾਂ ਇੱਕ ਕੁੜੀ ਦੇ ਅੰਦਰ ਮੈਨੂੰ ਲੱਗਦਾ ਸ਼ੁਰੂ ਤੋਂ ਹੁੰਦੀ ਹੈ ਜੀ। ਨਰਚਰਿੰਗ ਜਿਹੜੀ ਹੈ ਨਾ ਉਹ ਨੈਚੁਰਲੀ ਕੁੜੀਆਂ ਦੇ ਅੰਦਰ ਹੁੰਦੀ ਹੈ। ਖਿਆਲ ਰੱਖਣਾ, ਧਿਆਨ ਰੱਖਣਾ ਸਾਰਿਆਂ ਦਾ, ਪਾਪਾ ਨੇ ਰੋਟੀ ਖਾ ਲਈ ਨਹੀਂ ਖਾ ਲਈ, ਭਰਾ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਖਾਸ ਕਰ ਜਿਹੜੇ ਇੰਡੀਆ ਤੋਂ ਇੰਟਰਨੈਸ਼ਨਲ ਸਟੂਡੈਂਟਸ ਵਜੋਂ ਆਏ ਨੇ, ਮੈਂ ਹਾਲ ਹੀ ਦੇ ਵਿੱਚ ਓਕਨਆਗਨ ਗਈ। ਓਕਨਆਗਨ ਦੇ ਜਿਹੜੇ ਕਾਲਜਸ ਨੇ ਉਹ ਵਿਜ਼ਿਟ ਕੀਤੇ, 4 ਕੈਂਪਸਸ ਵਿਜ਼ਿਟ ਕੀਤੇ, ਪੈਂਟਿਕਟਨ ਦੇ ਵਿੱਚ, ਵਰਨਨ ਦੇ ਵਿੱਚ, ਕਲੋਨਾ ਦੇ ਵਿੱਚ, ਔਰ ਸਾਰਾ ਦਿਨ ਬੱਚਿਆਂ ਨਾਲ ਬਿਤਾਇਆ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਕਿਉਂਕਿ ਮੈਂ ਸੁਣਨਾ ਚਾਹੁੰਦੀ ਸੀ। ਮੇਰੇ ਤਜਰਬੇ ਉਹਨਾਂ ਦੇ ਤਜਰਬਿਆਂ ਨਾਲ ਬਹੁਤ ਰਲਦੇ ਨੇ। ਔਖਾ ਹੈ, ਪਰ ਇਹ ਅਕਸਰ ਮੈਨੂੰ ਥੋੜ੍ਹਾ ਜਿਹਾ ਸ਼ਿਕਵਾ ਰਹਿੰਦਾ ਹੈ ਕਿ ਆਪਾਂ ਹਮੇਸ਼ਾ ਉਹਨਾਂ ਬੱਚਿਆਂ ਦੀ ਗੱਲ ਕਰਦੇ ਹਾਂ ਜੋ ਸ਼ਾਇਦ ਭਟਕ ਗਏ ਨੇ ਕੁਝ ਸਮੇਂ ਵਾਸਤੇ। ਮਾਂ ਜਿਹੜੀ ਬਾਇਓਲੋਜੀਕਲ ਮਦਰ ਹੈ, ਪਰ ਨਾਨੇ ਨਾਨੀ ਦਾ, ਦਾਦੇ ਦਾਦੀ ਦਾ, ਖਾਸ ਤੌਰ 'ਤੇ ਦਾਦੀਆਂ ਅਤੇ ਨਾਨੀਆਂ ਦਾ ਜਿਹੜਾ ਰੋਲ ਹੈ ਉਹ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਤਾਂ ਰੇਜ਼ ਕੀਤਾ ਹੀ ਸੀ, ਫਿਰ ਉਸ ਤੋਂ ਬਾਅਦ ਉਸ ਦੇ ਬੱਚਿਆਂ ਨੂੰ ਰੇਜ਼ ਕਰਨ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਗ੍ਰੈਂਡ ਮਦਰ ਦਾ ਜਿਹੜਾ ਰੋਲ ਹੈ, ਨਾਨੀ ਦਾ ਜਾਂ ਦਾਦੀ ਦਾ, ਸਪੈਸੀਫਿਕਲੀ ਐਸ ਸੁਸਾਇਟੀ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, ਉਹ ਬੱਚੇ ਦੀ ਜਿਹੜੀ ਪਰਸਨੈਲਿਟੀ ਦੀ ਡਿਵੈਲਪਮੈਂਟ ਆ ਉਹ 'ਚ ਕੀ ਰੋਲ ਅਦਾ ਕਰਦਾ? ਇਮੀਗ੍ਰੈਂਟ ਮਾਵਾਂ, ਗੋਰੀਆਂ ਮਾਵਾਂ ਨਾਲ ਇੱਕਦਮ ਕੋਲ ਮਿਲ ਜਾਂਦੀਆਂ ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਸਟਰਗਲਸ ਸਾਂਝੀਆਂ ਹੁੰਦੀਆਂ, ਵਾਕਈ ਸਾਂਝੀਆਂ ਹੁੰਦੀਆਂ। ਬੱਚੇ ਕਲਾਸ 'ਚ ਇਕੱਠੇ ਪੜ੍ਹ ਰਹੇ ਹੁੰਦੇ ਆ, ਔਰ ਉਹਨਾਂ ਦੀਆਂ ਕਈ ਦੁੱਖ ਦਰਦ ਦੀਆਂ, ਕਈ ਖੁਸ਼ੀ ਦੀਆਂ, ਕਈ ਉਹਨਾਂ ਦੀਆਂ ਗੇਮਾਂ ਦੀਆਂ ਗੱਲਾਂ, ਉਹ ਮੇਰੇ ਖਿਆਲ ਵੀ ਜਦੋਂ ਮੀਟਿੰਗ ਖਤਮ ਵੀ ਹੋ ਜਾਂਦੀ ਹੈ ਉਹਨਾਂ ਨੂੰ ਫਿਰ ਵੀ ਵੱਖ ਕਰਨਾ ਮੁਸ਼ਕਿਲ ਹੋ ਜਾਂਦਾ। ਜਿਹੜੀਆਂ ਮਾਵਾਂ ਹੁਣ ਇੱਥੇ ਕੈਨੇਡਾ ਦੇ ਵਿੱਚ ਮਾਂ ਦਾ ਵੀ ਰੋਲ ਨਿਭਾਉਂਦੀਆਂ ਨੇ ਅਤੇ ਕੰਮਕਾਜ ਵੀ ਕਰਦੀਆਂ ਨੇ, ਇਹਨਾਂ ਦੀਆਂ ਸਮੱਸਿਆਵਾਂ ਮੇਰਾ ਖਿਆਲ ਵੀ ਸਾਡੀਆਂ ਆਪਣੀਆਂ ਮਾਵਾਂ ਨਾਲੋਂ ਕਾਫੀ ਡਿਫਰੈਂਟ ਨੇ। ਬਿਲਕੁਲ। ਸੋ ਇਸ ਮਾਹੌਲ ਦੇ ਵਿੱਚ ਤੁਸੀਂ ਦੇਖਦੇ ਹੋ, ਤੁਸੀਂ ਤਾਂ ਬਹੁਤ ਵਿਚਰੇ ਹੋ, ਵਿਚਰਦੇ ਰਹਿੰਦੇ ਵੀ ਹੋ ਜੀ, ਇੱਕ ਇਮੀਗ੍ਰੈਂਟ ਮਾਂ ਦਾ ਅਤੇ ਇੱਥੋਂ ਦੀ ਇੱਕ ਗੋਰੀ ਮਾਂ ਦਾ ਕਿਹੜੀਆਂ ਚੀਜ਼ਾਂ ਸਾਂਝੀਆਂ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਨੇ? The Harjinder Singh Show। ਮਾਂ ਵਰਗਾ ਘਣਛਾਵਾਂ ਬੂਟਾ ਮੈਨੂੰ ਕਿਧਰੇ ਨਜ਼ਰ ਨਾ ਆਏ, ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ, ਬਾਕੀ ਕੁੱਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮੁਰਝਾਉਂਦੇ, ਐਪਰ ਫੁੱਲਾਂ ਦੇ ਮੁਰਝਾਇਆਂ ਇਹ ਬੂਟਾ ਸੁੱਕ ਜਾਏ। ਅੱਜ ਮਦਰਸ ਡੇ ਹੈ ਅਤੇ ਮਦਰਸ ਡੇ ਦਾ ਪ੍ਰੋਗਰਾਮ ਹੈ ਅਤੇ ਮਦਰਸ ਡੇ ਦੀ ਗੱਲਬਾਤ ਹੋਏਗੀ ਇਸ ਵੀਕਐਂਡ ਦੇ ਉੱਤੇ। ਮਦਰਸ ਡੇ ਸੈਲੀਬਰੇਟ ਹੋਏਗਾ, ਹਰ ਸਾਲ ਹੀ ਅਸੀਂ ਇਹ ਗੱਲਬਾਤ ਕਰਦੇ ਹਾਂ, ਲੇਕਿਨ ਐਤਕੀ ਦੀ ਗੱਲਬਾਤ ਜਿਹੜੀ ਹੈ ਉਹ ਇੱਕ ਖਾਸ ਕਨਵਰਸੇਸ਼ਨ ਹੋਵੇਗੀ। ਸਾਡੇ ਨਾਲ ਤਰਨਮ ਥਿੰਦ ਜੀ ਅੱਜ ਸ਼ਾਮਲ ਹੋ ਰਹੇ ਹਨ, ਜਿੱਥੇ ਉਹਨਾਂ ਦੇ ਇੱਕ ਮਾਂ ਦੇ ਤੌਰ 'ਤੇ ਤਜਰਬੇ ਨੇ, ਉੱਥੇ ਉਹਨਾਂ ਦੇ ਬਚਪਨ ਤੋਂ ਮਦਰਹੁੱਡ ਤੱਕ ਦੇ ਸਫ਼ਰ ਦੀ ਗੱਲਬਾਤ ਵੀ ਚੱਲੇਗੀ, ਅਤੇ ਅੱਜ ਦੀ ਇੱਕ ਆਧੁਨਿਕ ਮਾਂ ਅਤੇ ਜਿਹੜੀਆਂ ਟਰਡੀਸ਼ਨਲ ਮਾਵਾਂ ਨੇ ਜਿੱਥੇ ਸਾਡੀ ਪਰਵਰਿਸ਼ ਹੋਈ ਜਾਂ ਇਹਨਾਂ ਦੀ ਪਰਵਰਿਸ਼ ਹੋਈ, ਉਹਨਾਂ ਦੀ ਗੱਲਬਾਤ ਵੀ ਚੱਲੇਗੀ, ਅਤੇ ਹੋਰ ਵੀ ਕਈ ਪਹਿਲੂਆਂ 'ਤੇ ਵਿਚਾਰ ਕੀਤੀ ਜਾਏਗੀ। ਮਦਰਸ ਡੇ ਦੇ ਉੱਤੇ ਸਾਡੇ ਨਾਲ ਟੈਲੀਵਿਜ਼ਨ ਅਤੇ ਰੇਡੀਓ ਦੇ ਬ੍ਰੌਡਕਾਸਟਰ, ਪੋਡਕਾਸਟਰ ਅਤੇ ਅੱਜ ਦੀ ਦੁਨੀਆ ਦੇ ਵਿੱਚ ਜਿਹੜੀ ਮਾਡਰਨ ਜ਼ਿੰਦਗੀ ਜਿਉਣ ਵਾਲੀ ਇਹ ਲੜਕੀ, ਜਿਹੜੇ ਕਿ ਹੁਣ ਅੱਜ ਕੱਲ੍ਹ BC ਗਵਰਨਮੈਂਟ ਦੇ ਕਮਿਊਨੀਕੇਸ਼ਨਸ 'ਚ ਕੰਮ ਕਰਦੇ ਨੇ, ਕਮਿਊਨੀਕੇਸ਼ਨ ਡਿਪਾਰਟਮੈਂਟ ਦੇ ਵਿੱਚ ਸਾਡੇ ਸਟੂਡੀਓਜ਼ ਦੇ ਵਿੱਚ ਹਨ, ਉਹਨਾਂ ਨਾਲ ਗੱਲਬਾਤ ਗਾਂ ਵਾਲੀ ਹੋਣੀ ਹੈ। ਤਰਨਮ ਜੀ, ਆਇਆਂ ਨੂੰ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਥਿੰਦ ਸਾਹਿਬ, ਥੈਂਕ ਯੂ ਸੋ ਮਚ ਫॉर ਹੈਵਿੰਗ ਮੀ। ਬਹੁਤ ਮਿਹਰਬਾਨੀ ਸਮਾਂ ਕੱਢਣ ਲਈ, ਅਤੇ ਬਣਦਾ ਵੀ ਸੀ ਕਿਉਂਕਿ ਮਦਰਸ ਡੇ ਵੀਕਐਂਡ ਦੇ ਉੱਤੇ ਆ, ਸੋ ਇਸ ਕਰਕੇ ਮੈਂ ਚਾਹੁੰਦਾ ਸੀ ਕਿ ਤੁਸੀਂ ਜ਼ਰੂਰ ਆਪਣੇ ਤਜਰਬੇ ਸਾਡੇ ਨਾਲ ਸਾਂਝੇ ਕਰੋ। ਬਹੁਤ ਸਾਰੇ ਲੋਕ ਨੇ ਇੱਥੇ ਤੁਹਾਡੇ ਆਲੇ ਦੁਆਲੇ, ਖਾਸ ਤੌਰ 'ਤੇ ਇਸ ਸਟੇਸ਼ਨ ਦੇ ਉੱਤੇ ਵੀ, ਜਿਨ੍ਹਾਂ ਨੇ ਤੁਹਾਨੂੰ ਆਪ ਬਹੁਤ ਵਰ੍ਹਿਆਂ ਤੋਂ ਇਸ ਚੇਂਜ ਦੇ ਵਿੱਚ ਨਹੀਂ ਜਾਂਦੇ ਵੇਖਿਆ, ਜਦੋਂ ਤੁਸੀਂ ਮਾਂ ਬਣੇ ਔਰ ਫਿਰ ਉਸ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਆਉਂਦੇ ਰਹੇ, ਅਤੇ ਉਸ ਤੋਂ ਪਿੱਛੋਂ ਕਈ ਤਬਦੀਲੀਆਂ ਆਈਆਂ ਨੇ। ਮੈਂ ਚਾਹੁੰਦਾ ਕਿ ਚੰਗੀ ਮਾਂ ਬਣਨ ਲਈ ਉਹਦੇ ਚੰਗੇ ਬਚਪਨ ਦੀ ਗੱਲ ਵੀ ਜ਼ਰੂਰ ਆ। ਮਾਂ ਦਾ ਜਿਹੜਾ ਆਪਣਾ ਬਚਪਨ ਹੈ ਉਹਦੇ ਬੱਚਿਆਂ ਨੂੰ ਕਿਵੇਂ ਪ੍ਰਭਾਵਿਤ ਕਰਦਾ, ਮੈਂ ਇਸ ਐਂਗਲ ਤੋਂ ਸ਼ੁਰੂ ਕਰਨਾ ਚਾਹੁੰਦਾ। ਜ਼ਰੂਰ। ਤੁਹਾਡੇ ਬਚਪਨ ਦੀ ਗੱਲ ਮੈਂ ਪਹਿਲਾਂ ਕਰਨੀ ਚਾਹੁੰਦਾ, ਫਿਰ ਬੱਚਿਆਂ ਦੇ ਬਚਪਨ ਦੀ ਅਤੇ ਤੁਹਾਡੀ ਮਾਂ ਦੀ ਤੌਰ 'ਤੇ ਗੱਲ ਕਰਾਂਗੇ। ਜੀ ਜ਼ਰੂਰ। ਪਹਿਲਾਂ ਤਾਂ ਮੈਂ ਹਮੇਸ਼ਾ ਕਹਿੰਦੀ ਹੁੰਦੀ ਹਾਂ ਜਦੋਂ ਮੈਂ ਰੈਡ FM ਆਉਂਦੀ ਹਾਂ, ਮੈਨੂੰ ਐਂ ਲੱਗਦਾ ਜਿਵੇਂ ਹੋਮ ਕਮਿੰਗ ਹੋਵੇ, ਕਿਉਂਕਿ ਮੇਰਾ ਕਰੀਅਰ ਮਿਊਜ਼ਿਕ ਵੇਵਸ ਤੋਂ ਸ਼ੁਰੂ ਹੋਇਆ 20 ਸਾਲ ਪਹਿਲਾਂ, ਔਰ ਜਦੋਂ ਮੈਂ ਇੱਥੇ ਆਉਂਦੀ ਹਾਂ ਜਿਹੜੀ ਨਿੱਘ ਹੈ, ਜਿੰਨਾ ਪਿਆਰ ਹੈ, ਉਹ ਮੈਂ ਮਹਿਸੂਸ ਕਰ ਸਕਦੀ ਹਾਂ। ਸੋ ਬਹੁਤ ਚੰਗਾ ਲੱਗਦਾ ਹਮੇਸ਼ਾ ਇੱਥੇ ਆ ਕੇ। ਜੇ ਮੈਂ ਆਪਣੇ ਬਚਪਨ ਦੀ ਗੱਲ ਕਰਾਂ ਤਾਂ ਇਨਸਾ ਬੜਾ ਖੂਬਸੂਰਤ ਬਚਪਨ ਸੀ।
ਮੈਂ ਬਹੁਤ ਪਿਆਰ ਲਿਆ। ਸਭ ਤੋਂ ਵੱਡਾ ਬੱਚਾ ਸੀ ਦਾਦਕਿਆਂ ਦਾ ਤੇ ਨਾਨਕਿਆਂ ਦਾ। 5 ਸਾਲ ਤੱਕ ਇਕੱਲੀ ਸੀ ਘਰ ਦੇ ਵਿੱਚ, ਤੇ ਜਿੰਨਾ ਲਾਡ ਚਾਚਿਆਂ ਤੋਂ, ਭੂਆ ਤੋਂ, ਮਾਸੀਆਂ ਤੋਂ, ਮਾਮਿਆਂ ਤੋਂ ਮਿਲ ਸਕਦਾ ਇੱਕ ਬੱਚੇ ਨੂੰ, ਉਹ ਸਾਰਾ ਮਿਲਿਆ। ਸ਼ਾਇਦ ਮਟੀਰੀਅਲਿਸਟਿਕ ਚੀਜ਼ਾਂ ਉਨੀਆਂ ਨਹੀਂ ਸੀ ਅਵੇਲੇਬਲ, ਪਰ ਮੁਹੱਬਤ ਬਹੁਤ ਸੀ, ਪਿਆਰ ਬਹੁਤ ਸੀ। ਨਾਨਕਿਆਂ ਕੋਲ ਵੀ ਬਹੁਤ ਵਕਤ ਬਿਤਾਇਆ। ਮੁਕਤਸਰ ਹੀ ਮੇਰਾ ਜਨਮ ਹੋਇਆ, ਤੇ ਦਾਦਕੇ ਬਹਿਲ ਸੀ ਪਟਿਆਲੇ ਦੇ ਕੋਲੇ। ਉੱਥੇ ਪਾਪਾ ਪਿੰਡ ਛੱਡ ਆਉਂਦੇ ਹੁੰਦੇ ਸੀ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ। ਸੋ ਉਹ ਜਿਹੜਾ ਬਚਪਨ ਸੀ ਕਿ ਤੁਸੀਂ ਸ਼ਹਿਰ ਦੇ ਵਿੱਚ ਵੀ ਵੱਡੇ ਹੋਏ ਹੋ ਤੇ ਪਿੰਡ ਦੇ ਵਿੱਚ ਵੀ, ਉੱਥੋਂ ਦਾ ਜਿਹੜਾ ਰਹਿਣਾ ਸਹਿਣਾ ਉਹ ਸਾਰਾ ਸਿੱਖਣ ਦਾ ਮੌਕਾ ਮਿਲਦਾ। ਮੈਨੂੰ ਯਾਦ ਹੈ ਅਸੀਂ ਜਾਮਣਾਂ ਦੇ ਦਰਖਤਾਂ 'ਤੇ ਚੜ੍ਹ ਕੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਜਦੋਂ ਪਾਪਾ ਵਾਪਸ ਚੰਡੀਗੜ੍ਹੋਂ ਸਾਨੂੰ ਲੈਣ ਆਉਂਦੇ ਤਾਂ ਸਾਡੀਆਂ ਸ਼ਕਲਾਂ ਬਦਲੀਆਂ ਹੁੰਦੀਆਂ ਸੀ, ਪਛਾਣ ਨਹੀਂ ਸੀ ਆਉਂਦੇ। ਅਤੇ ਜਦੋਂ ਫਿਰ ਚੰਡੀਗੜ੍ਹ ਹੋਣਾ ਤਾਂ ਫਿਰ ਉੱਥੋਂ ਦਾ ਜਿਹੜਾ ਰਹਿਣਾ ਸਹਿਣਾ ਬਿਲਕੁਲ ਐਟਮੋਸਫੀਅਰ ਉਹਦੇ ਵਿੱਚ ਫਿੱਟ ਹੋ ਜਾਣਾ। ਉਹਨਾਂ ਚੀਜ਼ਾਂ ਨੇ ਕਿਤੇ ਨਾ ਕਿਤੇ ਇੱਕ ਫਾਊਂਡੇਸ਼ਨ ਤਿਆਰ ਕਰ ਦਿੱਤੀ ਬ੍ਰੌਡਕਾਸਟਰ ਵਜੋਂ। ਹੁਣ ਮੈਨੂੰ ਇਹ ਲੱਗਦਾ ਹੈ ਕਿ ਮੈਂ ਕਿਸੇ ਦੇ ਨਾਲ ਵੀ ਗੱਲਬਾਤ, ਕਿਸੇ ਵੀ ਸਬਜੈਕਟ ਬਾਰੇ ਗੱਲਬਾਤ ਕਰ ਸਕਦੀ ਹਾਂ, ਕਿਉਂਕਿ ਉਹ ਬਚਪਨ ਜਿਹੜਾ ਸੀ ਉਸਨੇ ਇਹੋ ਜਿਹੇ ਐਕਸਪੀਰੀਅੰਸ ਦੇ ਦਿੱਤੇ। ਤੁਹਾਡੇ ਬਚਪਨ 'ਚ ਤੁਹਾਡੇ ਨਾਨਾ ਜੀ ਸਰ ਗਿੱਲ ਸਾਹਿਬ ਦਾ ਕੀ ਪ੍ਰਭਾਵ ਰਿਹਾ? ਓਹ, ਨਾਨਾ ਜੀ ਮੇਰੇ ਵਾਸਤੇ ਮੇਰੇ ਆਈਡਲ ਨੇ। ਜਿੰਨਾ ਆਪਾਂ ਅੱਜ ਕੱਲ੍ਹ ਸੈਲਫ ਲਵ ਬਾਰੇ ਸੁਣਦੇ ਹਾਂ, ਮੈਨੂੰ ਲੱਗਦਾ ਮੈਂ ਸੈਲਫ ਲਵ ਦੀ ਜਿਹੜੀ ਡੈਫੀਨੇਸ਼ਨ ਹੈ ਕਿ ਆਪਣੇ ਆਪ ਨੂੰ ਮੁਹੱਬਤ ਕਰਨੀ ਬਹੁਤ ਜ਼ਰੂਰੀ ਹੈ, ਉਹ ਗਿੱਲ ਸਾਹਿਬ ਤੋਂ ਸਿੱਖੀ ਸੀ। ਕਿਆ ਬਾਤ ਹੈ। ਹਾਲੇ ਵੀ ਉਹਨਾਂ ਦਾ ਮੇਰਾ ਖਿਆਲ ਹੈ ਜੀ ਤਰਜ਼ ਜ਼ਿੰਦਗੀ ਉਸੇ ਤਰ੍ਹਾਂ ਦੀ, ਬਿਲਕੁਲ ਉਸੇ ਤਰ੍ਹਾਂ ਹੈ। ਅਤੇ 97 ਦੇ ਨੇ, ਅਤੇ ਹੁਣ ਜਦੋਂ ਵੀ ਤੁਸੀਂ ਉਹਨਾਂ ਨੂੰ ਮਿਲਦੇ ਹੋ ਹਮੇਸ਼ਾ ਇਹੀ ਗੱਲ ਕਹਿਣਗੇ ਕਿ ਮੇਰਾ 100th ਬਰਥਡੇ ਆ ਰਿਹਾ, ਕਦੋਂ ਪਲਾਨ ਕਰ ਰਹੇ ਹੋ। ਸੋ ਜ਼ਿੰਦਗੀ ਵਾਸਤੇ ਇੱਕ ਜਿਹੜਾ ਜਨੂੰਨ ਹੁੰਦਾ ਹੈ ਕਿ ਜਿਉਣਾ ਹੈ, ਔਰ ਹਰ ਪਲ ਨੂੰ ਇੰਨੇ ਖੂਬਸੂਰਤੀ ਦੇ ਨਾਲ ਜਿਉਣਾ, ਜ਼ੈਸਟ ਫॉर ਲਾਈਫ ਜਿਹੜੀ ਹੁੰਦੀ ਹੈ, ਉਹ ਮੈਂ ਨਾਨਾ ਜੀ ਤੋਂ ਸਿੱਖੀ। ਉਹਨਾਂ ਦਾ ਬਹੁਤ ਪ੍ਰਭਾਵ ਰਿਹਾ। ਮੈਂ 17 ਸਾਲ ਦੀ ਸੀ ਜਦੋਂ ਕੈਨੇਡਾ ਆ ਗਈ ਸੀ, ਔਰ ਉਹਨਾਂ ਕੋਲ ਹੀ ਰਹੀ। ਸੋ ਮੇਰੇ ਵਾਸਤੇ ਮੇਰੇ ਨਾਨਾ ਨਾਨੀ ਜੀ ਮੇਰੇ ਦੂਜੇ ਪੇਰੈਂਟਸ ਨੇ ਜੀ। ਸੋ ਤੁਹਾਡੇ ਮਾਤਾ ਜੀ ਜਿਹੜਾ ਉਹਨਾਂ ਦਾ ਤੁਹਾਡੀ ਜ਼ਿੰਦਗੀ 'ਤੇ ਪ੍ਰਭਾਵ ਪਿਆ ਸੋ ਪਿਆ ਜੀ, ਕਿਉਂਕਿ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਬੜੀ ਬਹੁਤ ਵਧੀਆ ਸ਼ਖਸੀਅਤ ਨੇ, ਬਿਲਕੁਲ, ਜਿਨ੍ਹਾਂ ਦੀ ਪਰਵਰਿਸ਼ ਤੁਹਾਡੇ ਨਾਨਾ ਜੀ ਤੇ ਨਾਨੀ ਜੀ ਨੇ ਜਿਸ ਤਰ੍ਹਾਂ ਕੀਤੀ। ਬਿਲਕੁਲ। ਸੋ ਮਾਵਾਂ ਦੇ ਜਿਹੜੇ ਪ੍ਰਭਾਵ ਨੇ, ਮੇਰਾ ਖਿਆਲ ਉਹ ਅੱਗੇ ਬੱਚਿਆਂ ਦੇ ਬੱਚਿਆਂ ਤੱਕ ਚਲੇ ਜਾਂਦੇ, ਵਾਕਈ ਚਲੇ ਜਾਂਦੇ ਆ। ਮੈਂ ਬਹੁਤ ਖੁਸ਼ਕਿਸਮਤ ਹਾਂ ਕਿ ਮਾਵਾਂ ਵਜੋਂ ਜਿਹੜੇ ਰੋਲ ਮਾਡਲ ਨੇ ਮੇਰੀ ਫੈਮਿਲੀ ਦੇ ਵਿੱਚ, ਉਹ ਮੇਰੇ ਕੋਲ ਬਹੁਤ ਸੀ। ਦਾਦੀ ਜੀ ਸੀ, ਮਮ ਸੀ, ਪਾਪਾ ਸੀ। ਪਾਪਾ ਮੈਂ ਇਸ ਲਈ ਕਹਿੰਦੀ ਹਾਂ ਕਿਉਂਕਿ ਮੈਂ ਬਹੁਤ ਨਿੱਕੀ ਹੁੰਦੀ ਸੀ। ਧਨ ਸਾਹਿਬ, ਮੈਂ ਅਕਸਰ ਇਹ ਗੱਲ ਸੁਣਨ ਵਾਲਿਆਂ ਨਾਲ ਸਾਂਝੀ ਕੀਤੀ ਹੈ ਕਿ ਮੈਂ 7 ਸਾਲ ਦੀ ਸੀ ਜਦੋਂ ਮੇਰੇ ਮਦਰ ਨੂੰ ਅਧਰੰਗ ਹੋ ਗਿਆ ਸੀ। ਸੋ ਪੈਰਾਲਾਈਜ਼ ਹੋ ਗਏ ਸੀ ਲੈਫਟ ਸਾਈਡ ਤੋਂ। 31 ਸਾਲ ਦੀ ਉਮਰ ਦੇ ਵਿੱਚ ਕਿਸੇ ਨੂੰ ਸਟ੍ਰੋਕ ਹੋ ਜਾਣਾ, ਉਦੋਂ ਕਦੇ ਕਿਸੇ ਨੇ ਸੁਣਿਆ ਨਹੀਂ ਸੀ, ਬਹੁਤ ਘੱਟ ਦੇਖਣ, ਬਹੁਤ ਵੱਡਾ ਸ਼ੌਕ ਸੀ। ਸੋ ਤੁਸੀਂ ਪੂਰੀ ਸਾਈਡ ਤੁਹਾਡੀ ਲੈਫਟ ਪੈਰਾਲਾਈਜ਼ ਹੋ ਜਾਂਦੀ ਹੈ, ਰਾਤੋਂ ਰਾਤ ਤੁਹਾਡੀ ਜ਼ਿੰਦਗੀ ਬਦਲ ਜਾਂਦੀ ਹੈ। ਤੁਹਾਨੂੰ ਇਹ ਨਹੀਂ ਪਤਾ ਲੱਗਦਾ ਕਿ ਤੁਸੀਂ ਆਪਣਾ ਖਿਆਲ ਕਿੱਦਾਂ ਰੱਖੋਗੇ, ਤੁਸੀਂ ਆਪਣੇ ਬੱਚੇ ਦਾ ਖਿਆਲ ਤਾਂ ਦੂਰ ਦੀ ਗੱਲ ਹੈ। ਸੋ ਅਸੀਂ ਨਿੱਕੇ ਹੁੰਦੇ ਸੀ, ਮੈਂ 7 ਸਾਲ ਦੀ ਸੀ ਅਤੇ ਮੇਰਾ ਭਰਾ 2 ਸਾਲ ਦਾ ਸੀ। ਭਰਾ ਨੂੰ ਨਾਨਕੇ ਛੱਡਣਾ ਪਿਆ ਕਿਉਂਕਿ ਪਾਪਾ ਵਾਸਤੇ ਦੋਨਾਂ ਬੱਚਿਆਂ ਦੀ ਪਰਵਰਿਸ਼ ਕਰਨੀ ਬਹੁਤ ਔਖੀ ਸੀ। ਸੋ ਮੈਨੂੰ ਪਾਪਾ ਨੇ ਮਾਂ ਬਣ ਕੇ ਵੱਡਾ ਕੀਤਾ। ਜਿਹੜੀਆਂ ਚੀਜ਼ਾਂ ਅਕਸਰ ਮਾਵਾਂ ਕਰਦੀਆਂ ਨੇ, ਮਾਮ ਦੀ ਮਜਬੂਰੀ ਕਰਕੇ, ਮਾਮ ਦੀ ਫਿਜ਼ੀਕਲ ਜਿਹੜੇ ਚੈਲੰਜਿਸ ਸੀ ਉਹਨਾਂ ਕਰਕੇ, ਜਿਹੜੇ ਮਾਨਸਿਕ ਚੈਲੰਜ ਸਟ੍ਰੋਕ ਦੇ ਪੇਸ਼ੈਂਟ ਨੂੰ ਹੁੰਦੇ ਨੇ ਉਹਨਾਂ ਕਰਕੇ, ਜਿਹੜੀਆਂ ਚੀਜ਼ਾਂ ਇੱਕ ਕੁੜੀ ਨੂੰ ਮਾਂ ਤੋਂ ਮਿਲਦੀਆਂ ਨੇ, ਮੈਨੂੰ ਫਾਦਰ ਤੋਂ ਮਿਲੀਆਂ। ਸੋ ਹੁਣ ਮੈਂ ਸ਼ੁਰੂ ਕਰਨਾ ਚਾਹੁੰਦਾ, ਜਿਉਂ ਹੀ ਤੁਸੀਂ ਬਚਪਨ 'ਚੋਂ ਨਿਕਲੇ ਅਤੇ ਫਿਰ ਤੁਸੀਂ ਇੱਥੇ ਕੰਮ ਵੀ ਸਾਡੇ ਨਾਲ ਕਰਦੇ ਰਹੇ ਜੀ, ਇੱਕ ਮਾਂ ਦੇ ਤੌਰ ਦੇ ਉੱਤੇ ਜਿਹੜੀ ਸ਼ੁਰੂਆਤ ਪਹਿਲਾਂ ਮੈਂ ਕਰਨਾ ਚਾਹੁੰਦਾ ਵੀ ਮਾਂ ਬਣਨ ਦੀ ਇੱਛਾ ਕਿੰਨੀ ਪ੍ਰਬਲ ਹੈ ਲੜਕੀ ਦੇ ਵਿੱਚ ਜੀ, ਉਹਦਾ ਜਿਹੜਾ ਐਕਸਪ੍ਰੈਸ਼ਨ ਹੈ ਉਹ ਮੇਰੇ ਖਿਆਲ ਤੋਂ ਵਧੀਆ ਹੋਰ ਕੋਈ ਨਹੀਂ ਕਰ ਸਕਦਾ। ਮੈਨੂੰ ਇਹ ਲੱਗਦਾ ਹੁੰਦਾ ਕਿ ਕੁੜੀਆਂ ਜੰਮਦੀਆਂ ਹੀ ਮਾਂ ਬਣਨ ਵਾਸਤੇ ਤਿਆਰ ਹੁੰਦੀਆਂ ਨੇ। ਸਾਡੇ ਇਸ ਤਰ੍ਹਾਂ ਹੀ ਹੈ, ਮੈਂ ਬੱਚੇ ਨੂੰ ਸੰਭਾਲਣਾ ਹੈ ਨਾ, ਗੋਦੀ ਚੁੱਕ ਲੈਣਾ। ਨਿੱਕੇ ਹੁੰਦਿਆਂ ਤੋਂ ਤੁਸੀਂ ਜੇ ਵੱਡੀ ਭੈਣ ਹੋ ਤਾਂ ਤੁਸੀਂ ਆਪਣੇ ਭਰਾਵਾਂ ਦੀਆਂ ਭੈਣਾਂ ਦੀਆਂ ਮਾਂ ਹੋ, ਤੁਸੀਂ ਉਹ ਰੋਲ ਸ਼ੁਰੂ ਤੋਂ ਨਿਭਾ ਰਹੇ ਹੋ। ਮੈਂ ਵੀ ਨਿਭਾ ਰਹੀ ਸੀ ਸਬਕੌਨਸ਼ੀਅਸਲੀ। ਮੈਂ ਆਪਣੀ ਮਮ ਦਾ ਖਿਆਲ ਵੀ ਰੱਖ ਰਹੀ ਸੀ, ਉਹਨਾਂ ਨੂੰ ਮੁੜ ਕੇ ਤੁਰਨਾ ਵੀ ਸਿਖਾ ਰਹੀ ਸੀ। ਪਾਪਾ ਜਦੋਂ ਪਿੱਛੇ ਖੜੇ ਹੋ ਕੇ ਮੈਨੂੰ ਵੇਲਣੇ ਨਾਲ ਰੋਟੀ ਬਣਾਉਣਾ ਸਿਖਾਉਂਦੇ ਸੀ 7 ਸਾਲ ਦੀ ਉਮਰ ਦੇ ਵਿੱਚ, ਉਹ ਵੀ ਸਿੱਖ ਰਹੀ ਸੀ। ਆਪਣਾ ਖਿਆਲ ਕਿੱਦਾਂ ਰੱਖਣਾ, ਤੁਸੀਂ ਆਪਣੇ ਵਾਸਤੇ ਵੀ ਮਾਂ ਬਣਨਾ ਹੈ। ਉਹੋ ਜਿਹੀ ਸਿਚੁਏਸ਼ਨ ਦੇ ਵਿੱਚ ਜਦੋਂ ਕੋਈ ਤੁਹਾਡਾ ਖਿਆਲ ਰੱਖਣ ਵਾਲਾ ਹੈ ਨਹੀਂ, ਉਦੋਂ ਵੀ ਉਹ ਸਬਕੌਨਸ਼ੀਅਸਲੀ ਕਰ ਰਹੀ ਸੀ। ਸੋ ਤੁਹਾਡੇ ਅੰਦਰ ਇੱਕ ਮਾਂ, ਇੱਕ ਕੁੜੀ ਦੇ ਅੰਦਰ ਮੈਨੂੰ ਲੱਗਦਾ ਸ਼ੁਰੂ ਤੋਂ ਹੁੰਦੀ ਹੈ। ਨਰਚਰਿੰਗ ਜਿਹੜੀ ਹੈ ਨਾ, ਉਹ ਨੈਚੁਰਲੀ ਕੁੜੀਆਂ
ਕੁੜੀਆਂ ਦੇ ਅੰਦਰ ਹੁੰਦੀ ਹੈ। ਖਿਆਲ ਰੱਖਣਾ, ਧਿਆਨ ਰੱਖਣਾ ਸਾਰਿਆਂ ਦਾ, ਪਾਪਾ ਨੇ ਰੋਟੀ ਖਾ ਲਈ ਨਹੀਂ ਖਾ ਲਈ, ਭਰਾ ਨੂੰ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਸੋ ਇਹ ਚੀਜ਼ਾਂ ਤੁਹਾਡੇ ਅੰਦਰ ਹੁੰਦੀਆਂ ਨੇ। ਸੋ ਮੇਰੇ ਵਾਸਤੇ 29 ਸਾਲ ਦੀ ਉਮਰ ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਮਾਂ ਬਣੀ, ਇਸ ਤੋਂ ਵੱਡੀ ਖੁਸ਼ੀ ਨਹੀਂ ਸੀ। ਔਰ ਮੇਰੀ ਬਹੁਤ ਤਮੰਨਾ ਸੀ ਕਿ ਮੇਰਾ ਪਹਿਲਾ ਬੱਚਾ ਇੱਕ ਬੇਟੀ ਹੋਵੇ। ਐਂਡ ਥੈਂਕਫੁਲੀ ਇਟ ਵਾਜ਼ ਅ ਗਰਲ ਐਂਡ ਆਈ ਵਾਜ਼ ਐਕਸਟੈਟਿਕ, ਐਬਸੋਲੂਟਲੀ ਐਕਸਟੈਟਿਕ। ਹਾਂਜੀ। ਸੋ ਜਦੋਂ ਉਹਦੇ ਬਚਪਨ ਦੇ ਵਿੱਚ ਤੁਸੀਂ ਉਹਨੂੰ ਪਾਲ ਵੀ ਰਹੇ ਸੀ, ਵੱਡੀ ਕਰ ਰਹੇ ਸੀ, ਅਤੇ ਨਾਲ ਦੀ ਨਾਲ ਤੁਹਾਨੂੰ ਆਪਣੇ ਬਚਪਨ ਦਾ ਵੀ ਅਹਿਸਾਸ ਹੋ ਰਿਹਾ ਸੀ ਅਤੇ ਤੁਸੀਂ ਆਪਣਾ ਬਚਪਨ ਵੀ ਉਸ ਦੇ ਵਿੱਚੋਂ ਦੇਖ ਰਹੇ ਸੀ। ਵਾਕਈ ਦੇਖ ਰਹੀ ਸੀ। ਔਰ ਮੈਨੂੰ ਕਿਤੇ ਨਾ ਕਿਤੇ ਜਿਹੜੇ ਤਜਰਬਿਆਂ 'ਚ ਤੁਸੀਂ ਲੰਘਦੇ ਹੋ ਬਚਪਨ ਦੇ ਵਿੱਚ, ਬਹੁਤ ਵਾਰ ਮਾਪਿਆਂ ਦੀ ਸਬਕੌਂਸ਼ੀਅਸਲੀ ਕੋਸ਼ਿਸ਼ ਹੁੰਦੀ ਹੈ ਕਿ ਤੁਸੀਂ ਆਪਣੇ ਬੱਚਿਆਂ ਨੂੰ ਉਸ ਤੋਂ ਬੈਟਰ ਬਚਪਨ ਦੇ ਸਕੋ। ਰੋਲ ਮਾਡਲਸ ਨੇ ਸਾਡੇ ਪੇਰੈਂਟਸ ਸਾਡੇ ਵਾਸਤੇ, ਸੋ ਉਹ ਚੀਜ਼ਾਂ ਤੁਸੀਂ ਕਰਨਾ ਚਾਹੁੰਦੇ ਹੋ ਔਰ ਤੁਸੀਂ ਉਹ ਚੀਜ਼ਾਂ ਦੇਖਦੇ ਦੇਖਦੇ ਸਿੱਖੀਆਂ ਨੇ, ਤੁਹਾਨੂੰ ਉਹੀ ਪਤਾ। ਪਰ ਇਹਦੇ ਨਾਲ ਨਾਲ ਉਹ ਚੀਜ਼ਾਂ ਜੋ ਤੁਹਾਡੇ ਨਾਲ ਹੋਈਆਂ, ਜੋ ਸ਼ਾਇਦ ਨਹੀਂ ਸੀ ਹੋਣੀਆਂ ਚਾਹੀਦੀਆਂ ਸਰਕਮਸਟੈਂਸਿਸ ਕਰਕੇ, ਹਾਲਾਤਾਂ ਕਰਕੇ, ਤੁਸੀਂ ਆਪਣੇ ਬੱਚਿਆਂ ਨੂੰ ਉਹਦੇ ਤੋਂ ਦੂਰ ਰੱਖਣਾ ਚਾਹੁੰਦੇ ਹੋ। ਸੋ ਆਪਣੀ ਬੇਟੀ ਦੇ ਵਿੱਚ ਮੈਂ ਹਮੇਸ਼ਾ ਆਪਣਾ ਬਚਪਨ ਦੇਖਿਆ। ਪਰ ਤਰਨਮ, ਜਿਹੜੀ ਪਿਆਰ ਅਤੇ ਪ੍ਰੋਟੈਕਸ਼ਨ ਦੀ ਆਪਸ ਵਿੱਚ ਹੀ ਕਸ਼ਮਕਸ਼ ਆ, ਹਾਂਜੀ, ਕਿ ਮਾਂ ਚਾਹੁੰਦੀ ਹੈ ਬੱਚੇ ਨੂੰ ਪ੍ਰੋਟੈਕਟ ਵੀ ਕਰਕੇ ਰੱਖਣਾ, ਜੀ। ਉਸ ਪ੍ਰੋਟੈਕਸ਼ਨ ਦੇ ਅਧੀਨ ਉਹ ਕਈ ਪਾਬੰਦੀਆਂ ਲਾਉਂਦੀ ਆ, ਉਸ ਨੂੰ ਬਚਾ ਕੇ ਰੱਖਦੀ ਹੈ, ਕਈ ਵਾਰੀ ਘੂਰਦੀ ਆ, ਉਸ ਨੂੰ ਸੀਮਤ ਕਰਨਾ ਚਾਹੁੰਦੀ ਆ, ਉਸ ਦੀ ਅਨਕੌਂਸ਼ੀਅਸਲੀ। ਕਈ ਵਾਰੀ ਤੁਹਾਡੇ ਵਰਗੀਆਂ ਪੜ੍ਹੀਆਂ ਲਿਖੀਆਂ ਮਾਵਾਂ ਕੁੜੀਆਂ ਜਿਹੜੀਆਂ ਨੇ, ਉਹਨਾਂ ਨੂੰ ਪਤਾ ਵੀ ਹੁੰਦਾ ਕਿ ਮੈਂ ਇਸ ਦੀ ਮਾਨਸਿਕ ਡਿਵੈਲਪਮੈਂਟ ਲਈ ਕੁਛ ਕੁ ਇਹਨੂੰ ਆਜ਼ਾਦੀਆਂ ਦੇਣੀਆਂ ਨੇ, ਇਸ ਦੇ ਬਾਵਜੂਦ ਸੋਸਾਈਟਲ ਨੋਰਮਸ ਦੇ ਸਮਝਦਿਆਂ ਹੋਇਆਂ ਜਦੋਂ ਤੁਸੀਂ ਇਸ ਸਥਿਤੀ 'ਚ ਪਹੁੰਚੇ ਕਿ ਪਿਆਰ ਵੀ ਅਥਾਹ ਹੈ ਪਰ ਪ੍ਰੋਟੈਕਸ਼ਨ ਦੀ ਜਿਹੜੀ ਭਾਵਨਾ ਹੈ ਉਹ ਵੀ ਬਹੁਤ ਪ੍ਰਬਲ ਹੈ, ਬਿਲਕੁਲ, ਫਿਰ ਕੀ ਕੀਤਾ ਉਦੋਂ? ਮਾਂ ਬਣਨਾ ਮਤਲਬ ਕਿ ਸਾਰੀ ਉਮਰ ਵਾਸਤੇ ਇੱਕ ਡਰ ਮਹਿਸੂਸ ਕਰਨਾ, ਇੱਕ ਗਿਲਟ ਮਹਿਸੂਸ ਕਰਨਾ। ਸੋ ਇਹ ਜਿਹੜਾ ਬੈਲੈਂਸ ਹੈ ਤੁਸੀਂ ਸਾਰੀ ਉਮਰ ਸਿੱਖਦੇ ਰਹਿੰਦੇ ਹੋ। ਤੁਸੀਂ ਉਹਨਾਂ ਨੂੰ ਪਰ ਵੀ ਦੇਣੇ ਨੇ ਉੱਡਣ ਵਾਸਤੇ, ਬਿਲਕੁਲ, ਤੁਸੀਂ ਉਹਨਾਂ ਨੂੰ ਆਜ਼ਾਦੀ ਵੀ ਦੇਣੀ ਹੈ, ਪਰ ਔਖਾ ਹੈ ਜਿੱਦਾਂ ਤੁਸੀਂ ਕਿਹਾ। ਔਰ ਮੈਂ ਉਹੀ ਆਪਣੇ ਬਚਪਨ ਤੋਂ ਸਿੱਖਿਆ। 17 ਸਾਲ ਦੀ ਉਮਰ ਦੇ ਵਿੱਚ ਆਪਣੇ ਬੱਚੇ ਨੂੰ ਇੱਕ ਬਾਹਰਲੇ ਮੁਲਕ ਦੇ ਵਿੱਚ ਭੇਜਣਾ, ਉਸ ਨੂੰ ਇਸ ਚੀਜ਼ ਦੀ ਆਜ਼ਾਦੀ ਦੇਣੀ ਕਿ ਤੁਸੀਂ ਜੋ ਕਰਨਾ ਚਾਹੁੰਦੇ ਹੋ ਕਰੋ, ਸਾਨੂੰ ਤੁਹਾਡੇ 'ਤੇ ਵਿਸ਼ਵਾਸ ਹੈ, ਜਿਹੜੀ ਫਾਊਂਡੇਸ਼ਨ ਅਸੀਂ ਤੁਹਾਨੂੰ ਦਿੱਤੀ ਹੈ ਸਾਨੂੰ ਉਹਦੇ 'ਤੇ ਭਰੋਸਾ ਹੈ, ਤੇਰੇ 'ਤੇ ਭਰੋਸਾ ਹੈ, ਸੋ ਜੋ ਤੂੰ ਕਰੇਂਗੀ ਸਾਨੂੰ ਪਤਾ ਹੈ ਕਿ ਚੰਗਾ ਕਰੇਂਗੀ। ਆਈ ਥਿੰਕ ਉਹ ਭਰੋਸਾ ਜਿਹੜਾ ਹੈ ਉਹੀ ਮੈਂ ਆਪਣੇ ਬੱਚਿਆਂ ਨੂੰ ਦੇਣ ਦੀ ਕੋਸ਼ਿਸ਼ ਕਰਦੀ ਹਾਂ ਕਿ ਮੈਨੂੰ ਪਤਾ ਹੈ ਕਿ ਮੈਂ ਆਪਣੇ ਵੱਲੋਂ, ਮੇਰੇ ਹਸਬੈਂਡ ਨੂੰ ਪਤਾ ਹੈ ਕਿ ਅਸੀਂ ਐਜ਼ ਅ ਫੈਮਿਲੀ ਕਲੈਕਟਿਵਲੀ ਜੋ ਉਹਨਾਂ ਨੂੰ ਦੇ ਸਕਦੇ ਹਾਂ ਫਾਊਂਡੇਸ਼ਨ ਦੇ ਤੌਰ 'ਤੇ ਅਸੀਂ ਆਪਣੇ ਵੱਲੋਂ ਕੀਤਾ ਹੈ। ਬਾਕੀ ਉਹ ਚੰਗੇ ਇਨਸਾਨ ਬਣਨ, ਇਹ ਡੈਫੀਨੇਟਲੀ ਸਾਡੀ ਕੋਸ਼ਿਸ਼ ਹੈ, ਕਾਮਨਾ। ਬਿਲਕੁਲ। ਔਰ ਹਰੇਕ ਪੈਰੈਂਟ ਦੀ ਹੁੰਦੀ ਵੀ ਹੈ। ਔਖਾ ਹੈ, ਵਾਕਈ ਔਖਾ ਹੈ, ਖਾਸ ਕਰ ਇੱਕ ਮਾਂ ਵਾਸਤੇ ਔਖਾ ਹੈ, ਕਿਉਂਕਿ ਉਹ ਫਿਕਰ ਤੁਹਾਡੇ ਨਾਲ ਹਮੇਸ਼ਾ ਰਹਿੰਦਾ ਕਿ ਹਾਂ ਮੈਂ ਚਾਹੁੰਦੀ ਹਾਂ ਕਿ ਤੁਹਾਡਾ ਬੱਚਾ ਸਾਰਾ ਕੁਝ ਐਕਸਪੀਰੀਅੰਸ ਕਰੇ, ਪਰ ਇਹਦੇ ਨਾਲ ਨਾਲ ਡਰ ਵੀ ਹੈ ਕਿਉਂਕਿ ਤੁਸੀਂ ਇੱਕ ਅਜਿਹੇ ਮਾਹੌਲ ਦੇ ਵਿੱਚ ਬੱਚਿਆਂ ਨੂੰ ਵੱਡਾ ਕਰ ਰਹੇ ਹੋ ਜਿੱਥੇ ਤੁਸੀਂ ਨਹੀਂ ਵੱਡੇ ਹੋਏ। ਤੁਹਾਡੇ ਐਕਸਪੀਰੀਅੰਸਿਸ, ਤੁਹਾਡੇ ਬਚਪਨ ਦੇ ਐਕਸਪੀਰੀਅੰਸਿਸ ਤੁਹਾਡੇ ਬੱਚਿਆਂ ਨਾਲੋਂ ਬਹੁਤ ਵੱਖਰੇ ਨੇ। ਅੱਜ ਮੈਂ ਤੁਹਾਡੇ ਨਾਲ ਹਜ਼ਾਰਾਂ ਮਾਵਾਂ ਦੀ ਫੀਲਿੰਗ ਸਾਂਝੀ ਕਰਨੀ ਚਾਹੁੰਦਾ। ਜ਼ਰੂਰ। ਉਹਨਾਂ ਮਾਵਾਂ ਨੇ ਜਿਨ੍ਹਾਂ ਨੇ ਆਪਣੇ ਬੱਚੀਆਂ ਵੱਡੇ ਕੀਤੇ ਆ, ਔਰ ਉਸ ਤੋਂ ਬਾਅਦ ਖ਼ਾਸ ਤੌਰ 'ਤੇ ਪੰਜਾਬ ਤੋਂ ਆ ਰਹੇ ਬੱਚੀਆਂ ਜਾਂ ਦੂਸਰੇ ਮੁਲਕਾਂ ਤੋਂ ਆਏ ਨੇ, ਉੱਥੇ ਵੈਲਿਊਜ਼ ਤਾਂ ਉਹਨਾਂ ਨੂੰ ਦੇ ਦਿੱਤੀਆਂ। ਜਿਸ ਤਰ੍ਹਾਂ ਤੁਸੀਂ ਪਹਿਲਾਂ ਕਿਹਾ, ਉਹ ਖੂਬ ਗੱਲ ਕੀਤੀ ਕਿ ਅਸੀਂ ਜਿੰਨੀਆਂ ਵਧੀਆ ਗੱਲਾਂ ਦੱਸਣੀਆਂ ਸੀ ਸਮਝਾ ਦਿੱਤੀਆਂ, ਚੰਗੀਆਂ ਵੈਲਿਊਜ਼ ਦੇ ਦਿੱਤੀਆਂ। ਤੁਹਾਨੂੰ ਪਤਾ ਹੈ ਕਿ ਸਾਡਾ ਬੱਚਾ ਇਸ ਤਰ੍ਹਾਂ ਕੋਈ ਮਾੜੀ ਗੱਲ ਨਹੀਂ ਕਰੇਗਾ, ਤੁਸੀਂ ਬੱਚੇ 'ਤੇ ਭਰੋਸਾ ਕਰਦੇ ਹੋ। ਉਹਨਾਂ ਨੇ ਭਰੋਸਾ ਕਰਕੇ ਭੇਜ ਤਾਂ ਦਿੱਤੇ, ਪਰ ਬੱਚੇ 'ਤੇ ਤੁਸੀਂ ਭਰੋਸਾ ਕਰ ਸਕਦੇ ਹੋ, ਬੱਚੇ ਦੇ ਆਲੇ ਦੁਆਲੇ ਦੇ ਵਾਤਾਵਰਨ ਦੇ ਵਿੱਚ ਕਿਹਨੇ ਹੋਣਾ ਜਾਂ ਉੱਥੇ ਕੀ ਹੋਣਾ ਔਰ ਉਹਨੇ ਕਿਵੇਂ ਮੇਰੇ ਬੱਚੇ ਨੂੰ ਪ੍ਰਭਾਵਿਤ ਕਰਨਾ, ਉਸ ਦੇ ਉੱਤੇ ਤੁਹਾਡਾ ਕੋਈ ਕੰਟਰੋਲ ਨਹੀਂ। ਸੋ ਉਹਦੇ 'ਤੇ ਤੁਸੀਂ ਕਿਵੇਂ ਭਰੋਸਾ ਕਰ ਸਕਦੇ ਹੋ? ਫਿਰ ਜਿਹੜਾ ਉਹਦਾ ਐਟਮੋਸਫੀਅਰ ਹੈ ਜਿਹਦੇ ਬਾਰੇ ਤੁਹਾਨੂੰ ਇਲਮ ਹੀ ਹੈ ਨਹੀਂ, ਉਹਨਾਂ ਮਾਵਾਂ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਜਿਨ੍ਹਾਂ ਨੇ ਆਪਣੇ ਬੱਚੇ 18, 19 ਸਾਲ ਦੇ ਮੁੰਡੇ ਕੁੜੀਆਂ ਇੱਥੇ ਤੁਸੀਂ ਵੇਖਦੇ ਹੋ ਹਰ ਰੋਜ਼ ਜ਼ਿੰਦਗੀ ਦੀ ਸਟਰਗਲ ਦੇ ਵਿੱਚ ਪੈ ਗਏ ਨੇ? ਉਹਨਾਂ ਦਾ ਤਾਂ ਹਾਲੇ ਬਚਪਨ ਵੀ ਮੇਰਾ ਖਿਆਲ ਪੂਰਾ ਮੁਕੰਮਲ ਨਹੀਂ ਹੋਇਆ। ਵਾਕਈ ਨਹੀਂ ਹੋਇਆ। ਮਾਂ ਦੇ ਤੌਰ 'ਤੇ ਉਹਨਾਂ ਦੀ ਮਾਵਾਂ ਕਿਵੇਂ ਸੋਚਦੀਆਂ ਹੋਣਗੀਆਂ? ਬਹੁਤ ਔਖਾ ਆਪਣੇ ਬੱਚੇ ਨੂੰ ਇੰਨੀ ਨਿੱਕੀ ਉਮਰ ਦੇ ਵਿੱਚ ਆਪਣੇ ਤੋਂ ਦੂਰ ਕਰਨਾ। ਜਦੋਂ ਤੁਸੀਂ ਮਾਂ ਦੇ ਕੋਲੇ ਹੁੰਦੇ ਹੋ ਤਾਂ ਬੁਰਕੀਆਂ ਤੋੜ ਤੁਹਾਡੇ ਮੂੰਹ 'ਚ ਪਾਉਂਦੀ ਹੈ। ਇਹੋ ਜਿਹੀ ਕੋਈ ਚੀਜ਼ ਇੱਕ ਇਸ ਨਵੀਂ ਦੁਨੀਆ ਦੇ ਵਿੱਚ ਨਹੀਂ ਹੈ। ਜਦੋਂ ਤੁਸੀਂ ਇੱਥੇ ਆਉਂਦੇ ਹੋ ਤਾਂ ਬੱਚਿਆਂ ਦੀਆਂ ਅੱਖਾਂ ਖੁੱਲ੍ਹ ਜਾਂਦੀਆਂ ਨੇ। ਮੈਨੂੰ ਬਹੁਤ ਮੌਕਾ ਮਿਲਿਆ ਯੰਗਸਟਰਸ ਦੇ ਨਾਲ ਗੱਲ ਕਰਨ ਦਾ, ਖਾਸ ਕਰ ਜਿਹੜੇ ਇੰਡੀਆ ਤੋਂ ਇੰਟਰਨੈਸ਼ਨਲ ਸਟੂਡੈਂਟਸ ਵਜੋਂ ਆਏ ਨੇ। ਮੈਂ ਹਾਲ ਹੀ ਦੇ ਵਿੱਚ
ਓਕਨਾਗਨ ਗਈ, ਓਕਨਾਗਨ ਦੇ ਜਿਹੜੇ ਕਾਲਜਸ ਨੇ ਉਹ ਵਿਜ਼ਿਟ ਕੀਤੇ, 4 ਕੈਂਪਸਸ ਵਿਜ਼ਿਟ ਕੀਤੇ, ਪੈਂਟਿਕਟਨ ਦੇ ਵਿੱਚ, ਵਰਨਨ ਦੇ ਵਿੱਚ, ਕਲੋਨਾ ਦੇ ਵਿੱਚ, ਔਰ ਸਾਰਾ ਦਿਨ ਬੱਚਿਆਂ ਨਾਲ ਬਿਤਾਇਆ, ਉਹਨਾਂ ਦੀਆਂ ਗੱਲਾਂ ਸੁਣਨੀਆਂ, ਕਿਉਂਕਿ ਮੈਂ ਸੁਣਨਾ ਚਾਹੁੰਦੀ ਸੀ। ਮੇਰੇ ਤਜਰਬੇ ਉਹਨਾਂ ਦੇ ਤਜਰਬਿਆਂ ਨਾਲ ਬਹੁਤ ਰਲਦੇ ਨੇ। ਔਖਾ ਹੈ, ਪਰ ਇਹ ਅਕਸਰ ਮੈਨੂੰ ਥੋੜ੍ਹਾ ਜਿਹਾ ਸ਼ਿਕਵਾ ਰਹਿੰਦਾ ਹੈ ਕਿ ਆਪਾਂ ਹਮੇਸ਼ਾ ਉਹਨਾਂ ਬੱਚਿਆਂ ਦੀ ਗੱਲ ਕਰਦੇ ਹਾਂ ਜੋ ਸ਼ਾਇਦ ਭਟਕ ਗਏ ਨੇ ਕੁਝ ਸਮੇਂ ਵਾਸਤੇ। ਆਪਾਂ ਉਹਨਾਂ ਬੱਚਿਆਂ ਦੀ ਘੱਟ ਗੱਲ ਕਰਦੇ ਹਾਂ ਜਿਹੜੇ ਬੱਚੇ ਬਾ ਕਮਾਲ ਕੰਮ ਕਰ ਰਹੇ ਨੇ ਕਮਿਊਨਿਟੀ ਦੇ ਵਿੱਚ, ਬਿਲਕੁਲ ਸਟਰਗਲ ਕਰ ਰਹੇ ਨੇ, ਨਾਲੇ ਜੌਬਸ ਕਰ ਰਹੇ ਪਿਆਰ ਤੋਂ ਬਿਨਾਂ ਕੱਟ ਰਹੇ ਨੇ, ਮਾਂ ਦੇ ਪਿਆਰ ਤੋਂ ਬਿਨਾਂ। ਐਗਜ਼ੈਕਟਲੀ। ਸੋ ਉਹਨਾਂ ਬੱਚਿਆਂ ਨੂੰ ਹੱਲਾਸ਼ੇਰੀ ਦੇਣੀ ਵੀ ਮੈਨੂੰ ਲੱਗਦਾ ਕਿ ਆਪਣਾ ਸਾਰਿਆਂ ਦਾ ਫਰਜ਼ ਹੈ। ਉਹਨਾਂ ਨੂੰ ਇਹ ਦੱਸਣਾ ਕਿ ਤੁਸੀਂ ਇੱਥੇ ਹੋ, ਇਕੱਲੇ ਨਹੀਂ ਹੋ, ਅਸੀਂ ਸਾਡੀ ਸਾਰੀ ਕਮਿਊਨਿਟੀ ਤੁਹਾਡੇ ਨਾਲ ਹੈ, ਇਹ ਦੱਸਣਾ ਬਹੁਤ ਜ਼ਰੂਰੀ ਹੈ, ਤਾਂ ਕਿ ਉਹਨਾਂ ਦਾ ਇਕੱਲਾਪਨ ਮਾਂ ਤੋਂ ਦੂਰ ਹੋਣ ਦਾ ਉਹ ਥੋੜ੍ਹਾ ਜਿਹਾ ਆਪਾਂ ਦੂਰ ਕਰ ਸਕੀਏ। ਬੱਚਿਆਂ ਨੂੰ ਵੈਲਿਊਜ਼ ਤਾਂ ਦੇ ਦਿੱਤੀਆਂ ਉਹਨਾਂ ਮਾਵਾਂ ਦੀਆਂ ਜਿਹੜੀਆਂ ਕਿ ਐਬਸੈਂਟੀ ਮਾਵਾਂ ਨੇ, ਉਹਨਾਂ ਦਾ ਦਰਦ ਅਤੇ ਖ਼ਾਸ ਤੌਰ 'ਤੇ ਬੱਚਿਆਂ ਦੀ ਪਰਵਰਿਸ਼ ਅਤੇ ਬੱਚਿਆਂ ਦੀ ਵੀ ਕਸਕ ਜਿਹੜੀ ਆ ਉੱਥੇ ਪੈਂਦੀ ਰਹਿੰਦੀ ਹੈ। ਪਰ ਮਾਂ ਬਹੁਤ ਕਿੰਨੀ ਫੇਜ਼ਸ ਦੇ ਥਰੂ ਮਾਂ ਜਾਂਦੀ ਬੱਚਿਆਂ ਲਈ। ਪਰ ਮੇਰਾ ਖਿਆਲ ਹੈ ਆਪਣੀ ਗੱਲਬਾਤ ਅਧੂਰੀ ਰਹੇਗੀ ਜੇ ਆਪਾਂ ਇਹ ਨਹੀਂ ਕਰਦੇ ਕਿ ਮਾਵਾਂ ਦੀ ਕੰਟਰੀਬਿਊਸ਼ਨ ਦੇ ਵਿੱਚ ਕਈ ਤਾਂ ਮਾਂ ਜਿਹੜੀ ਬਾਇਓਲੋਜੀਕਲ ਮਦਰ ਆ, ਪਰ ਨਾਨੇ ਨਾਨੀ ਦਾ, ਦਾਦੇ ਦਾਦੀ ਦਾ, ਖ਼ਾਸ ਤੌਰ 'ਤੇ ਦਾਦੀਆਂ ਅਤੇ ਨਾਨੀਆਂ ਦਾ ਜਿਹੜਾ ਰੋਲ ਹੈ ਉਹ ਬਹੁਤ ਮਹੱਤਵਪੂਰਨ ਹੈ, ਜਿਨ੍ਹਾਂ ਨੇ ਆਪਣੀਆਂ ਧੀਆਂ ਨੂੰ ਤਾਂ ਰੇਜ਼ ਕੀਤਾ ਹੀ ਸੀ, ਫਿਰ ਉਸ ਤੋਂ ਬਾਅਦ ਉਸ ਦੇ ਬੱਚਿਆਂ ਨੂੰ ਰੇਜ਼ ਕਰਨ ਦੇ ਵਿੱਚ ਤੁਸੀਂ ਕੀ ਸਮਝਦੇ ਹੋ ਕਿ ਗ੍ਰੈਂਡ ਮਦਰ ਦਾ ਜਿਹੜਾ ਰੋਲ ਹੈ, ਨਾਨੀ ਦਾ ਜਾਂ ਦਾਦੀ ਦਾ, ਸਪੈਸੀਫਿਕਲੀ ਐਸ ਸੁਸਾਇਟੀ ਦੇ ਵਿੱਚ ਜਿੱਥੇ ਆਪਾਂ ਰਹਿ ਰਹੇ ਹਾਂ, ਉਹ ਬੱਚੇ ਦੀ ਜਿਹੜੀ ਪਰਸਨੈਲਿਟੀ ਦੀ ਡਿਵੈਲਪਮੈਂਟ ਆ ਉਹ 'ਚ ਕੀ ਰੋਲ ਅਦਾ ਕਰਦਾ? ਬਹੁਤ ਵੱਡਾ ਰੋਲ ਅਦਾ ਕਰਦਾ ਹੈ ਧਨ ਸਾਹਿਬ। ਮੈਨੂੰ ਐਂ ਲੱਗਦਾ ਹੈ ਕਿ ਜਿੰਨੀਆਂ ਵੀ ਸਕਸੈਸਫੁਲ ਔਰਤਾਂ ਨੇ ਉਹਨਾਂ ਦੇ ਪਿੱਛੇ ਆਮ ਤੌਰ 'ਤੇ ਜਿਹੜੀ ਬੈਕਬੋਨ ਹੁੰਦੀ ਹੈ ਉਹ ਇੱਕ ਸਪੋਰਟਿਵ ਫੈਮਿਲੀ ਦੀ ਹੁੰਦੀ ਹੈ। ਉਹ ਸਪੋਰਟਿਵ ਫੈਮਿਲੀ ਬੱਚੇ ਨੂੰ ਰੇਜ਼ ਕਰਨ ਵਾਸਤੇ ਬਹੁਤ ਜ਼ਰੂਰੀ ਹੈ। ਮੇਰੇ ਵਾਸਤੇ ਬਹੁਤ ਜ਼ਰੂਰੀ ਸੀ। ਮੇਰੇ ਬੱਚਿਆਂ ਵਾਸਤੇ ਉਹਨਾਂ ਦੇ ਨਾਨਾ ਨਾਨੀ ਦਾ ਹੋਣਾ, ਦਾਦਾ ਦਾਦੀ ਦਾ ਹੋਣਾ ਇਜ਼ ਅ ਬਲੈਸਿੰਗ। ਆਪਣੀ ਪਰਿਵਾਰਾਂ ਦੇ ਵਿੱਚ ਮੈਨੂੰ ਲੱਗਦਾ ਵੀ ਟੇਕ ਇਟ ਫॉर ਗ੍ਰਾਂਟਡ ਥੋੜ੍ਹਾ ਜਿਹਾ, ਹੈ ਨਾ, ਕਿ ਬਜ਼ੁਰਗ ਸਾਡੇ ਘਰ ਦੇ ਵਿੱਚ ਨੇ। ਆਪਾਂ ਨੂੰ ਇਸ ਚੀਜ਼ ਦੀ ਰਿਅਲਾਈਜ਼ੇਸ਼ਨ ਬਹੁਤ ਦੇਰ ਬਾਅਦ ਹੁੰਦੀ ਹੈ, ਜਾਂ ਸ਼ਾਇਦ ਕਈ ਵਾਰੀ ਨਹੀਂ ਵੀ ਹੁੰਦੀ, ਕਿ ਉਹ ਕਿੰਨੀ ਵੱਡੀ ਬਲੈਸਿੰਗ ਹੈ ਸਾਡੇ ਬੱਚਿਆਂ ਵਾਸਤੇ। ਬਿਲਕੁਲ। ਜਿਹੜੀਆਂ ਕਦਰਾਂ ਕੀਮਤਾਂ ਦਾਦਾ ਦਾਦੀ, ਨਾਨਾ ਨਾਨੀ ਬੱਚਿਆਂ ਨੂੰ ਦੇ ਸਕਦੇ, ਆਪਣੇ ਪੋਤੇ ਪੋਤੀਆਂ ਨੂੰ, ਦੋਤਿਆਂ ਨੂੰ, ਮੈਨੂੰ ਲੱਗਦਾ ਨਹੀਂ ਦੇ ਸਕਦੇ। ਅਸੀਂ ਐਜ਼ ਪੇਰੈਂਟਸ ਨਹੀਂ ਦੇ ਸਕਦੇ। ਸੋ ਮੇਰੇ ਵਾਸਤੇ ਨਾਨਾ ਨਾਨੀ ਹੋਰਾਂ ਦਾ, ਦਾਦਾ ਦਾਦੀ ਜੀ ਦਾ ਬਹੁਤ ਵੱਡਾ ਰੋਲ ਰਿਹਾ ਹੈ। ਨਾਨੀ ਜੀ ਇੱਕ ਬਹੁਤ ਹੀ ਇੰਡੀਪੈਂਡੈਂਟ ਔਰਤ ਸੀ। ਸ਼ੀ ਪ੍ਰੀਟੀ ਮੱਚ ਰੇਜ਼ਡ ਹਰ ਕਿਡਸ, ਫੁੱਲ ਟਾਈਮ ਟੀਚਰ ਸੀਗੇ, ਉਹ ਪੜ੍ਹਾਉਂਦੇ ਸੀਗੇ ਸਾਰੀ ਉਮਰ। ਸੋ ਹੈਵਿੰਗ ਦੀਜ਼ ਰੋਲ ਮਾਡਲਸ। ਮੇਰੇ ਮੰਮਾ ਨੂੰ ਪੈਰਾਲਿਸਿਸ ਤੋਂ ਬਾਅਦ ਕਿਹਾ ਸੀ ਕਿ ਦੁਬਾਰਾ ਕੰਮ 'ਤੇ ਨਹੀਂ ਜਾ ਸਕਣਗੇ। 1 ਸਾਲ ਬਾਅਦ ਉਹ ਵਾਪਸ ਆਫਿਸ ਚਲੇ ਗਏ ਸੀ। ਸੋ ਮੈਂ ਇਹਨਾਂ ਔਰਤਾਂ ਨੂੰ ਆਪਣੇ ਸਾਹਮਣੇ ਦੇਖਿਆ ਹੈ। ਉਹਨਾਂ ਨੂੰ ਬੜੇ ਸੀਮਲੈਸਲੀ ਆਪਣਾ ਘਰ ਚਲਾਉਂਦਿਆਂ, ਪਰਿਵਾਰ ਦਾ ਖਿਆਲ ਰੱਖਦਿਆਂ, ਆਪਣੇ ਕੰਮ 'ਤੇ ਜਾਂਦਿਆਂ ਉਹ ਕਮਿਟਮੈਂਟ ਜਿਹੜਾ ਹੈ ਪ੍ਰੋਫੈਸ਼ਨਲੀ ਅਤੇ ਪਰਸਨਲੀ ਦੋਵੇਂ ਤਰ੍ਹਾਂ ਖੂਬਸੂਰਤੀ ਦੇ ਨਾਲ ਕਰਦੇ ਹੋਏ ਦੇਖਿਆ ਹੈ। ਅਤੇ ਜਦੋਂ ਬੱਚੇ ਹੋਏ ਅਤੇ ਜਦੋਂ ਆਪਣੇ ਮਾਪਿਆਂ ਨੂੰ ਬੱਚਿਆਂ ਨਾਲ ਦੇਖਣਾ ਮੈਂ ਸ਼ੁਰੂ ਕੀਤਾ, ਉਹ ਜਿਹੜੀ ਖੁਸ਼ੀ ਤੁਹਾਨੂੰ ਮਿਲਦੀ ਹੈ ਨਾ, ਉਹ ਤੁਹਾਨੂੰ ਐਂ ਲੱਗਦਾ ਕਿ ਤੁਸੀਂ ਆਪਣਾ ਬਚਪਨ ਦੁਬਾਰਾ ਜੀ ਰਹੇ ਹੋ। ਪਰ ਇੱਕ ਗੱਲ ਜ਼ਰੂਰ ਹੈ ਕਿ ਜਿੰਨੀ ਸਟ੍ਰਿਕਟਨੈਸ ਸਾਡੇ ਨਾਲ ਸੀ ਤੇ ਜਿਹੜੇ ਤੁਹਾਡੇ ਪੋਤੇ ਪੋਤੀਆਂ ਨੇ ਅਤੇ ਦੋਤੇ ਦੋਤੀਆਂ ਨੇ, ਉਹਨਾਂ ਦਾ ਸਭ ਕੁਝ ਮਾਫ ਹੈ। ਸਾਡੀਆਂ ਸ਼ਰਾਰਤਾਂ 'ਤੇ ਸਾਨੂੰ ਬਸ ਇੱਕ ਵਾਰੀ ਘੂਰ ਹੀ ਪੈਂਦੀ ਸੀ ਅਤੇ ਬਸ ਦੈਟ ਵਾਜ਼ ਇਟ। ਤੁਸੀਂ ਮਹਿਸੂਸ ਕੀਤਾ ਹੋਣਾ ਕਈ ਵਾਰੀ ਜਿਹੜੀਆਂ ਦਾਦੀਆਂ ਜਾਂ ਨਾਨੀਆਂ ਨੇ ਜੀ, ਉਹ ਮੁਕੰਮਲ ਤੌਰ 'ਤੇ ਹੀ ਮਾਂ ਦਾ ਰੋਲ ਰਿਪਲੇਸ ਕਰ ਦਿੰਦੀਆਂ ਨੇ ਕਈ ਥਾਵਾਂ ਦੇ ਉੱਤੇ, ਜਿੱਥੇ ਖ਼ਾਸ ਤੌਰ 'ਤੇ ਇੱਥੇ ਜਿੱਥੇ ਮਾਵਾਂ ਆਪ ਕੰਮ ਕਰ ਰਹੀਆਂ ਨੇ, ਸਟਰਗਲ ਵੀ ਜ਼ਿੰਦਗੀ ਦੇ ਨਾਲ ਨਾਲ ਚੱਲ ਰਹੀ ਹੈ, ਉੱਥੇ ਦਾਦੀ ਜਾਂ ਨਾਨੀ ਕੋਲ ਕਾਫੀ ਸਮਾਂ ਹੁੰਦਾ। ਔਰ ਇੱਥੇ ਬਹੁਤ ਸਾਰੇ ਬੱਚੇ ਆ ਜਿਨ੍ਹਾਂ ਨੇ ਆਪਣੀ ਗੁਰਮੁਖੀ ਪੰਜਾਬੀ ਇਸੇ ਕਰਕੇ ਸਿੱਖ ਲਈ ਕਿਉਂਕਿ ਹੋਰ ਉਹਨਾਂ ਕੋਲ ਕਮਿਊਨੀਕੇਸ਼ਨ ਕਰਨ ਦਾ ਕੋਈ ਤਰੀਕਾ ਹੀ ਨਹੀਂ ਸੀ। ਬਿਲਕੁਲ। ਔਰ ਕਿੰਨੇ ਬੱਚਿਆਂ ਨੇ ਆਪਣੀਆਂ ਨਾਨੀਆਂ ਅਤੇ ਦਾਦੀਆਂ ਨੂੰ ਟੇਬਲ, ਐਪਲ ਅਤੇ ਹੋਰ ਇਹੋ ਜਿਹੀਆਂ ਗੱਲਾਂ, ਖਾਣਿਆਂ ਦੇ ਨਾਂ ਅੰਗਰੇਜ਼ੀ ਸਿਖਾ ਦਿੱਤੀ। ਆਈ ਥਿੰਕ ਉਹ ਜਿਹੜਾ ਬ੍ਰਿਜ ਹੋ ਜਾਂਦਾ ਨਾ ਗੈਪ ਜਨਰੇਸ਼ਨ ਦਾ, ਉਹ ਇਹਨਾਂ ਬੱਚਿਆਂ ਰਾਹੀਂ ਅਤੇ ਇਹਨਾਂ ਬੌਂਡਸ ਰਾਹੀਂ ਹੁੰਦਾ। ਮੇਰਾ ਬੇਟਾ ਇੱਕ ਦਿਨ ਕਹਿੰਦਾ ਸੀ, ਕਹਿੰਦਾ ਮੈਨੂੰ ਵੱਡੇ ਮੰਮੀ ਦੇ ਨਾ, ਬੀਜੀ ਕਹਿੰਦਾ ਹੁੰਦਾ ਉਹਨਾਂ ਨੂੰ, ਮੈਨੂੰ ਵੱਡੇ ਮੰਮੀ ਦੇ ਆਲੂ ਦੇ ਪਰੌਂਠੇ ਬਹੁਤ ਯਾਦ ਆਉਂਦੇ, ਕਿਉਂਕਿ ਨਾਨੀ ਜੀ ਹੁਣ ਬਹੁਤ ਏਜ ਹੋ ਗਈ ਹੈ, ਸੋ ਨਹੀਂ ਕੰਮ ਕਰ ਸਕਦੇ ਕਿਚਨ ਦੇ ਵਿੱਚ। ਸਾਡੀ ਪਹਿਲਾਂ ਰੂਟੀਨ ਹੁੰਦੀ ਸੀ ਕਿ ਹਰ ਵੀਕਐਂਡ 'ਤੇ, ਹਰ ਸੰਡੇ
ਬੱਚਿਆਂ ਨੂੰ ਨਾਨਾ ਨਾਨੀ ਜੀ ਵੱਲ ਲੈ ਕੇ ਜਾਣਾ, ਸਾਰੇ ਨੇ ਇਕੱਠੇ ਹੋਣਾ, ਉੱਥੇ ਪਰੌਂਠੇ ਖਾਣੇ। ਸੋ ਬਜ਼ੁਰਗ ਜਿਹੜੇ ਨੇ ਨਾ ਉਹ ਇੱਕ ਤਰ੍ਹਾਂ ਨਾਲ ਪਰਿਵਾਰ ਨੂੰ ਬੰਨ੍ਹ ਕੇ ਰੱਖਦੇ ਆ। ਉਹਨਾਂ ਕਰਕੇ ਅਸੀਂ ਇਕੱਠੇ ਹੁੰਦੇ ਆ। ਹੁਣ ਤੁਹਾਡੇ ਬੱਚੇ 12 ਤੇ 15 ਸਾਲ ਦੇ? ਜੀ, ਮੇਰੀ ਬੇਟੀ 15 ਸਾਲ ਦੀ ਹੈ, ਮੇਰਾ ਬੇਟਾ 12 ਸਾਲ ਦਾ। ਐਕਟ ਐਂ ਕਰਦੇ ਨੇ ਜਿਵੇਂ 25 ਸਾਲ ਦੇ ਤੇ 35 ਸਾਲ ਦੇ ਨੇ। ਉਹ ਸਮਝਦੇ ਕਿ ਫਿਰ ਮੰਮੀ ਡੈਡੀ ਨੂੰ ਤਾਂ ਕੁਝ ਨਹੀਂ ਪਤਾ। ਵੀ ਆਰ ਰੀਲੀ ਬਲੈਸਡ। ਅਸੀਂ ਹੁਣੇ ਇੱਕ ਫੈਮਿਲੀ ਟ੍ਰਿਪ ਤੋਂ ਵਾਪਸ ਆਏ ਹਾਂ ਔਰ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਕਿ ਆਪਾਂ ਭੱਜ ਦੌੜ ਦੇ ਵਿੱਚ ਲੱਗੇ ਰਹਿੰਦੇ ਹਾਂ, ਪਰ ਦਰਅਸਲ ਆਹੀ ਮੂਮੈਂਟਸ ਨੇ ਜਿਹੜੀਆਂ ਲਾਸਟ ਕਰਦੀਆਂ ਨੇ ਤੁਹਾਡੀ ਮੈਮਰੀ ਦੇ ਵਿੱਚ। ਮੈਨੂੰ ਬਚਪਨ ਦੇ ਵਿੱਚ ਜਿਹੜੇ ਆਪਣੇ ਪੇਰੈਂਟਸ ਦੇ ਨਾਲ ਬਿਤਾਏ ਹੋਏ ਰੇਲ ਗੱਡੀਆਂ ਦੇ ਸਫ਼ਰ, ਬੱਸਾਂ ਦੇ ਸਫ਼ਰ, ਪਾਰਕ ਦੇ ਵਿੱਚ ਜਾਣਾ, ਛੋਟੀਆਂ ਛੋਟੀਆਂ ਗੱਲਾਂ, ਨਾਨਾ ਜੀ ਕੁਰਸੀ ਬਾਹਰ ਡਾ ਕੇ ਤੇ ਬੱਚਿਆਂ ਦੀ ਗਲੀ ਦੇ ਵਿੱਚ ਰੇਸ ਕਰਾਉਂਦੇ ਹੁੰਦੇ ਸੀ ਮੁਕਤਸਰ, ਮੈਨੂੰ ਉਹ ਯਾਦ। ਨਾਨੀ ਜੀ ਟਿੰਡਿਆਂ ਦੀ ਸਬਜ਼ੀ ਬਣਾਉਂਦੇ ਹੁੰਦੇ ਸੀ ਗਰਮੀਆਂ ਦੇ ਵਿੱਚ, ਉਹ ਯਾਦ। ਇਹੋ ਜਿਹੀਆਂ ਚੀਜ਼ਾਂ ਤੁਹਾਡੀ ਯਾਦ ਦੇ ਵਿੱਚ ਰਹਿ ਜਾਂਦੀਆਂ ਨੇ। ਮਟੀਰੀਅਲਿਸਟਿਕ ਚੀਜ਼ਾਂ ਸੱਚੀ ਵਾਕਈ ਮੈਟਰ ਨਹੀਂ ਕਰਦੀਆਂ, ਬੱਚਿਆਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਨੂੰ ਸਿਰਫ ਮੁਹੱਬਤ ਚਾਹੀਦੀ ਹੈ। ਜਿਹੜੀਆਂ ਮਾਵਾਂ ਹੁਣ ਇੱਥੇ ਕੈਨੇਡਾ ਦੇ ਵਿੱਚ ਮਾਂ ਦਾ ਵੀ ਰੋਲ ਨਿਭਾਉਂਦੀਆਂ ਨੇ ਅਤੇ ਕੰਮਕਾਜ ਵੀ ਕਰਦੀਆਂ ਨੇ ਜੀ, ਇਹਨਾਂ ਦੀਆਂ ਸਮੱਸਿਆਵਾਂ ਮੇਰਾ ਖਿਆਲ ਆ ਵੀ ਸਾਡੀਆਂ ਆਪਣੀਆਂ ਮਾਵਾਂ ਨਾਲੋਂ ਕਾਫੀ ਡਿਫਰੈਂਟ ਨੇ। ਬਿਲਕੁਲ। ਸੋ ਇਸ ਮਾਹੌਲ ਦੇ ਵਿੱਚ ਤੁਸੀਂ ਦੇਖਦੇ ਹੋ, ਤੁਸੀਂ ਤਾਂ ਬਹੁਤ ਵਿਚਰੇ ਹੋ, ਵਿਚਰਦੇ ਰਹਿੰਦੇ ਵੀ ਹੋ ਜੀ, ਇੱਕ ਇਮੀਗਰੈਂਟ ਮਾਂ ਦਾ ਅਤੇ ਇੱਥੋਂ ਦੀ ਇੱਕ ਗੋਰੀ ਮਾਂ ਦਾ ਕਿਹੜੀਆਂ ਚੀਜ਼ਾਂ ਸਾਂਝੀਆਂ ਨੇ, ਕਿਹੜੀਆਂ ਚੀਜ਼ਾਂ ਜਿਹੜੀਆਂ ਵੱਖਰੀਆਂ ਨੇ? ਆਈ ਥਿੰਕ ਇਮੀਗਰੈਂਟ ਪਰਿਵਾਰਾਂ ਦੀ ਜਿਹੜੀ ਸਟਰਗਲ ਹੈ ਨਾ, ਉਹ ਵੱਖਰੀ ਸਟਰਗਲ ਹੈ। ਤੁਸੀਂ ਆਪਣੇ ਘਰ ਨੂੰ ਦੁਬਾਰਾ ਤੋਂ ਕਾਇਮ ਕਰਨਾ, ਦੁਬਾਰਾ ਤੋਂ ਸਾਰੀ ਸ਼ੁਰੂਆਤ ਕਰਨੀ। ਮੈਂ ਕਈ ਵਾਰੀ ਸੋਚਦੀ ਹੁੰਦੀ ਹਾਂ ਕਿੰਨੀ ਹਿੰਮਤ ਚਾਹੀਦੀ ਹੁੰਦੀ ਹੈ ਉਹਦੇ ਵਾਸਤੇ। ਕਿਆ ਬਾਤ ਹੈ। ਸਾਰਾ ਕੁਝ ਛੱਡ ਛਡਾ ਕੇ ਆ ਜਾਣਾ, ਆਪਣਾ ਆਲਾ ਦੁਆਲਾ ਜੋ ਤੁਹਾਡਾ ਫੈਮਿਲੀਅਰ ਤੁਹਾਡੀ ਦੁਨੀਆ ਹੈ, ਤੁਹਾਡੀ ਦੁਨੀਆ ਸ਼ੁਰੂ ਤੋਂ ਬਚਪਨ ਤੋਂ ਹੀ ਰਹੀ ਹੈ, ਪਰ ਸਿਰਫ ਇਸ ਲਈ ਕਿ ਤੁਸੀਂ ਆਪਣੇ ਬੱਚਿਆਂ ਨੂੰ ਬਿਹਤਰ ਜ਼ਿੰਦਗੀ ਦੇ ਸਕੋ, ਤੁਸੀਂ ਆ ਜਾਂਦੇ ਹੋ 7 ਸਮੁੰਦਰ ਪਾਰ ਔਰ ਨਵੀਂ ਸ਼ੁਰੂਆਤ ਕਰਦੇ ਹੋ, ਜਿੱਥੋਂ ਦੀ ਜ਼ੁਬਾਨ ਤੁਹਾਨੂੰ ਨਹੀਂ ਸਮਝ ਆਉਂਦੀ, ਜਿੱਥੋਂ ਦਾ ਰਹਿਣ ਸਹਿਣ ਤੁਹਾਨੂੰ ਬਿਲਕੁਲ ਸਮਝ ਨਹੀਂ ਆਉਂਦਾ, ਜਿੱਥੇ ਤੁਹਾਡੇ ਵਰਗੇ ਦਿਖਣ ਵਾਲੇ ਲੋਕ ਬਹੁਤ ਘੱਟ ਨੇ ਆਲੇ ਦੁਆਲੇ। ਉਹ ਕੰਮ ਤੁਸੀਂ ਕਰ ਰਹੇ ਹੋ ਜਿਸ ਕੰਮ ਨੂੰ ਤੁਸੀਂ ਸ਼ਾਇਦ ਪਹਿਲਾਂ ਕਦੇ ਹੱਥ ਵੀ ਨਹੀਂ ਸੀ ਲਾਇਆ। ਸੋ ਇਮੀਗਰੈਂਟ ਮਾਵਾਂ ਦੀਆਂ ਸਟਰਗਲਾਂ ਵੱਖਰੀਆਂ ਤਾਂ ਹੈ, ਬਿਲਕੁਲ ਨੇ। ਜਦੋਂ ਸਕੂਲਾਂ ਦੇ ਵਿੱਚ ਤੁਸੀਂ ਜਾਂਦੇ ਹੋ ਤਾਂ ਤੁਹਾਡੀ ਜ਼ੁਬਾਨ ਬੋਲਣ ਵਾਲੀਆਂ ਟੀਚਰਸ ਹੋ ਸਕਦਾ ਨਾ ਹੋਣ, ਇੱਥੋਂ ਦਾ ਜਿਹੜਾ ਕਰਿਕੂਲਮ ਹੈ ਉਹ ਤੁਹਾਨੂੰ ਨਾ ਸਮਝ ਆਵੇ, ਇੱਥੋਂ ਦੀ ਸਟੱਡਿੰਗ ਦਾ ਸਟਾਈਲ ਜਿਹੜਾ ਹੈ ਉਹ ਨਾ ਸਮਝ ਆਵੇ। ਜਿਹੜੀ ਮੇਰੀ ਸਕੂਲਿੰਗ ਸੀ ਉਹ ਬਹੁਤ ਵੱਖਰੀ ਸੀ ਮੇਰੇ ਬੱਚਿਆਂ ਨਾਲੋਂ। ਸੋ ਬਹੁਤ ਸਾਰੀਆਂ ਚੀਜ਼ਾਂ ਮੈਂ ਉਹਨਾਂ ਤੋਂ ਸਿੱਖਦੀ ਹਾਂ। ਸੋ ਬਹੁਤ ਫ਼ਰਕ ਹੈ, ਬਹੁਤ ਫ਼ਰਕ ਹੈ। ਹੁਣ ਜਦੋਂ ਪੇਰੈਂਟ ਟੀਚਰ ਮੀਟਿੰਗਸ ਹੁੰਦੀਆਂ ਨੇ ਜੀ, ਉੱਥੇ ਹੋਰ ਵੀ ਪੇਰੈਂਟਸ ਆਏ ਹੁੰਦੇ ਨੇ, ਖਾਸ ਤੌਰ ਦੇ ਉੱਤੇ ਅਸੀਂ ਜਿਹੜੇ ਕੈਸਲਗਰ ਵਗੈਰਾ 'ਚ ਰਹੇ ਛੋਟੇ ਸ਼ਹਿਰਾਂ ਜਿੱਥੇ ਗੋਰਿਆਂ ਦੀ ਮੈਜੋਰਿਟੀ ਸੀ ਜੀ, ਉਹਨਾਂ ਮੀਟਿੰਗਸ ਦੇ ਵਿੱਚ ਮੈਂ ਦੇਖਿਆ ਕਿ ਕਿਵੇਂ ਇਮੀਗਰੈਂਟ ਮਾਵਾਂ ਗੋਰੀਆਂ ਮਾਵਾਂ ਨਾਲ ਇੱਕਦਮ ਕੋਲ ਮਿਲ ਜਾਂਦੀਆਂ, ਕਿਉਂਕਿ ਉਹਨਾਂ ਦੀਆਂ ਬਹੁਤ ਸਾਰੀਆਂ ਸਟਰਗਲਸ ਸਾਂਝੀਆਂ ਹੁੰਦੀਆਂ, ਵਾਕਈ ਸਾਂਝੀਆਂ ਹੁੰਦੀਆਂ। ਬੱਚੇ ਕਲਾਸ 'ਚ ਇਕੱਠੇ ਪੜ੍ਹ ਰਹੇ ਹੁੰਦੇ ਆ ਔਰ ਉਹਨਾਂ ਦੀਆਂ ਕਈ ਦੁੱਖ ਦਰਦ ਦੀਆਂ, ਕਈ ਖੁਸ਼ੀ ਦੀਆਂ, ਕਈ ਉਹਨਾਂ ਦੀਆਂ ਗੇਮਾਂ ਦੀਆਂ ਗੱਲਾਂ, ਉਹ ਮੇਰੇ ਖਿਆਲ ਆ ਵੀ ਜਦੋਂ ਮੀਟਿੰਗ ਖਤਮ ਵੀ ਹੋ ਜਾਂਦੀ ਹੈ ਉਹਨਾਂ ਨੂੰ ਫਿਰ ਵੀ ਵੱਖ ਕਰਨਾ ਮੁਸ਼ਕਿਲ ਹੋ ਜਾਂਦਾ। ਔਰ ਕਈ ਵਾਰੀ ਨਾ ਆਪਾਂ ਨੂੰ ਲੱਗਦਾ ਹੁੰਦਾ ਹੈ ਕਿ ਸਾਡੀ ਭਾਸ਼ਾ ਜਿਹੜੀ ਹੈ ਬਹੁਤ ਵੱਡਾ ਬੈਰੀਅਰ ਹੈ। ਦਰਅਸਲ ਜਿਹੜੀਆਂ ਇਮੋਸ਼ਨਸ ਨੇ ਨਾ ਉਹ ਜੋੜਦੀਆਂ ਨੇ ਇਨਸਾਨਾਂ ਨੂੰ, ਭਾਸ਼ਾ ਨਹੀਂ ਜੋੜਦੀ। ਤੁਹਾਡੇ ਜਿਹੜੇ ਤਜਰਬੇ ਨੇ ਉਹ ਜੋੜਦੇ ਨੇ। ਜਿਹੜੇ ਤੁਸੀਂ ਕਿਸੇ ਵੀ ਮਾਂ ਦੇ ਨਾਲ ਗੱਲ ਕਰਕੇ ਦੇਖੋ, ਜੇ ਤੁਹਾਡਾ ਬੱਚਾ ਹਾਈ ਸਕੂਲ ਦੇ ਵਿੱਚ ਸ਼ੁਰੂਆਤ ਕਰਦਾ ਹੈ ਤਾਂ 99% ਆਫ ਦ ਟਾਈਮ ਤੁਹਾਡੇ ਤਜਰਬੇ ਬਹੁਤ ਸਾਂਝੇ ਹੋਣਗੇ। ਜਿਹੜਾ ਬੱਚਾ ਉਹ ਤਬਦੀਲੀਆਂ ਤੋਂ ਗੁਜ਼ਰ ਰਿਹਾ ਹੈ, ਤੁਸੀਂ ਇਕੱਲੇ ਨਹੀਂ ਹੋ ਜਿਹੜੇ ਉਹ ਚੈਲੰਜਸ ਤੋਂ ਲੰਘ ਰਹੇ ਹੋ। ਤੁਸੀਂ ਕਿਸੇ ਹੋਰ ਮਾਂ ਨਾਲ ਗੱਲ ਕਰਕੇ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਉਹਨਾਂ ਦਾ ਬੱਚਾ ਵੀ ਇਹੋ ਜਿਹੇ ਹੀ ਚੈਲੰਜਸ ਤੋਂ ਲੰਘ ਰਿਹਾ। ਸੋ ਬਹੁਤ ਸਿਮਿਲੈਰਿਟੀਜ਼ ਨੇ, ਸਾਂਝੀਆਂ ਨੇ ਮਾਵਾਂ ਸਾਰਿਆਂ ਦੀਆਂ। ਤਰਨਮ, ਮੈਨੂੰ ਬਹੁਤ ਖੁਸ਼ੀ ਅੱਜ ਤੁਸੀਂ ਇੱਕ ਮਾਂ ਦੇ ਤੌਰ 'ਤੇ ਸ਼ਾਮਲ ਹੋਏ ਮੇਰੇ ਪ੍ਰੋਗਰਾਮ ਦੇ ਵਿੱਚ, ਪਰ ਤੁਹਾਡੇ ਸੁਣਨ ਵਾਲੇ ਹੋਰ ਵੀ ਨੇ ਜਿਨ੍ਹਾਂ ਨੇ ਮੇਰੇ ਖਿਆਲ ਕਾਫੀ ਦੇਰ ਬਾਅਦ ਤੁਹਾਨੂੰ ਰੇਡੀਓ 'ਤੇ ਸੁਣਿਆ ਹੋਏਗਾ ਜੀ, ਔਰ ਉਹ ਇਹ ਵੀ ਜਾਣਨਾ ਚਾਹਣਗੇ ਕਿ ਅੱਜ ਕੱਲ੍ਹ ਤੁਸੀਂ ਹੁਣ ਕੀ ਕਰਦੇ ਹੋ। ਮੈਂ ਸੁਣਿਆ ਤੁਸੀਂ ਪੋਡਕਾਸਟ ਸ਼ੁਰੂ ਕੀਤਾ। ਜੀ, ਮੈਂ ਇੱਕ ਪੋਡਕਾਸਟ ਦੀ ਸ਼ੁਰੂਆਤ ਕੀਤੀ ਹੈ। ਬਹੁਤ ਵੱਡਾ ਸੁਪਨਾ ਸੀ ਪਿਛਲੇ ਕਈ ਸਾਲਾਂ ਤੋਂ ਕੁਛ ਆਪਣਾ ਕਰਨ ਦਾ, ਔਰ ਉਹ ਸੁਪਨਾ ਸਾਕਾਰ ਹੋਇਆ। ਮੈਂ ਆਪਣੇ ਬਰਥਡੇ 'ਤੇ 5 ਮਈ ਨੂੰ ਪਿਛਲੇ ਸ਼ੁੱਕਰਵਾਰ ਪੋਡਕਾਸਟ ਦਾ ਪਹਿਲਾ ਐਪੀਸੋਡ ਲਾਂਚ ਕੀਤਾ। ਜਿਹੜੇ ਲੋਕ ਮੈਨੂੰ ਇੰਸਟਾਗ੍ਰਾਮ 'ਤੇ ਫੋਲੋ ਕਰਦੇ ਨੇ ਉਹਨਾਂ ਨੂੰ ਪਤਾ ਹੈ, ਪਰ ਪੋਡਕਾਸਟ ਮੇਰੇ ਵਾਸਤੇ ਇਸ ਲਈ ਜ਼ਰੂਰੀ ਸੀ ਕਿ ਕਿਤੇ ਨਾ ਕਿਤੇ ਜਿਹੜਾ ਕ੍ਰੀਏਟਿਵ ਸੋਲ ਹੈ ਨਾ ਉਹ ਹਮੇਸ਼ਾ ਜ਼ਿੰਦਾ ਰਹਿੰਦਾ। ਜੇ ਤੁਸੀਂ ਆਪਣੀ ਕ੍ਰੀਏਟਿਵਿਟੀ ਨੂੰ ਫੀਡ ਨਹੀਂ ਕਰਦੇ ਤਾਂ ਮੈਨੂੰ ਐਂ ਲੱਗਦਾ ਕਿ ਰੱਬ ਨੇ ਜੋ ਦੇਣ ਤੁਹਾਨੂੰ ਦਿੱਤੀ ਹੈ, ਜੇ ਤੁਸੀਂ ਉਹਨੂੰ ਪਰਸੂ ਨਹੀਂ ਕਰਦੇ ਨਾ ਤਾਂ ਡਿਸਸਰਵਿਸ ਹੈ ਆਪਣੇ ਨਾਲ, ਲੋਕਾਂ ਦੇ ਨਾਲ। ਸੋ ਮੇਰੇ ਵਾਸਤੇ ਉਹ ਕਨੈਕਸ਼ਨ ਮੈਂ ਮਿਸ ਕਰ ਰਹੀ ਸੀ। ਸੋ ਪੋਡਕਾਸਟ ਦੇ ਜ਼ਰੀਏ ਦੁਬਾਰਾ ਕਾਇਮ ਕੀਤਾ। ਇਹ ਆਧੁਨਿਕ ਤਰੀਕਾ ਕਮਾਲ ਦਾ ਹੈ ਜਿਹਦੇ ਨੇ
ਬਹੁਤ ਸਾਰੀਆਂ ਮੇਰਾ ਖਿਆਲ ਆ ਵੀ ਜਿਹੜੀਆਂ ਇਨਵੈਸਟਮੈਂਟਸ ਨੇ ਬਹੁਤ ਵੱਡੀਆਂ ਵੱਡੀਆਂ ਜੀ ਜਿਹੜੀਆਂ ਏਜੰਸੀਜ਼ ਨੇ ਜਾਂ ਆਊਟਲੈਟਸ ਨੇ ਮੀਡੀਆ ਦੇ, ਉਹ ਇੱਕ ਸਧਾਰਨ ਇੱਕ ਮਾਈਕਰੋਫੋਨ ਤੇ ਇੱਕ ਐਡੀਟਿੰਗ ਮਸ਼ੀਨ ਨਹੀਂ ਰਿਪਲੇਸ ਕਰ ਦਿੱਤੇ। ਮੈਨੂੰ ਬੜੀ ਹੈਰਾਨੀ ਹੋਈ ਜਦੋਂ ਮੈਂ ਪੋਡਕਾਸਟ ਤੇ ਨੰਬਰਸ ਦੇਖ ਰਹੀ ਸੀ ਵੀ ਕਿੱਥੋਂ ਕਿੱਥੋਂ ਬੈਠੇ ਲੋਕੀ ਦੁਨੀਆ ਦੇ ਵਿੱਚ ਤੁਹਾਨੂੰ ਸੁਣ ਰਹੇ ਨੇ। ਸਪੋਟੀਫਾਈ ਦੇ ਜ਼ਰੀਏ, ਐਪਲ ਪੋਡਕਾਸਟ ਦੇ ਜ਼ਰੀਏ, YouTube ਦੇ ਜ਼ਰੀਏ ਲੋਕੀ ਕੋਲੰਬੀਆ ਦੇ ਵਿੱਚ, ਤਾਈਵਾਨ ਦੇ ਵਿੱਚ ਤੁਹਾਨੂੰ ਸੁਣ ਰਹੇ ਨੇ। ਸੋ ਬਹੁਤ ਹੈਰਾਨੀ ਹੋਈ। ਪਰ ਮੈਂ ਥਿੰਨ ਸਾਹਿਬ, ਤੁਸੀਂ ਮੇਰੇ ਸਫ਼ਰ ਦਾ ਮੈਨੂੰ ਲੱਗਦਾ ਸ਼ੁਰੂ ਤੋਂ ਹੀ ਵਿਟਨੈਸ ਰਹੇ ਹੋ, ਤੁਸੀਂ ਦੇਖਿਆ ਮੈਨੂੰ ਟੈਲੀਵਿਜ਼ਨ ਤੋਂ, ਉਸ ਤੋਂ ਵੀ ਪਹਿਲਾਂ ਮਿਊਜ਼ਿਕ ਵੇਵਸ ਦੇ ਦਿਨਾਂ ਤੋਂ 20 ਸਾਲ ਪਹਿਲਾਂ ਆਪਾਂ ਇਕੱਠੇ ਹੀ ਤਕਰੀਬਨ ਸ਼ੁਰੂਆਤ ਕੀਤੀ ਸੀ। ਔਰ ਮੈਂ ਬਹੁਤ ਖੁਸ਼ਕਿਸਮਤ ਰਹੀ ਹਾਂ। ਇਸ ਕਮਿਊਨਿਟੀ ਨੇ ਜਿੰਨੀ ਮੈਨੂੰ ਮੁਹੱਬਤ ਦਿੱਤੀ ਹੈ, ਜਿੰਨਾ ਪਿਆਰ ਦਿੱਤਾ ਆਪਣਾ ਸਮਝ ਕੇ, ਮੈਨੂੰ ਉਮੀਦ ਹੈ ਕਿ ਪੋਡਕਾਸਟ ਇੱਕ ਨਵਾਂ ਜ਼ਰੀਆ ਜ਼ਰੂਰ ਹੈ, ਕਿਉਂਕਿ ਆਪਾਂ ਟ੍ਰੈਡੀਸ਼ਨਲ ਰੇਡੀਓ ਸੁਣਨ ਦੇ ਆਦੀ ਹਾਂ। ਚਾਹ ਨਾਲ ਤੁਹਾਡਾ ਕੀ ਤਾਲੁਕ? ਚਾਹ ਦੇ ਨਾਲ, ਚਾਹ ਦਾ ਕੱਪ, ਹਰ ਗੱਲ ਚਾਹ ਦੇ ਨਾਲ, ਟੀ ਦੇ ਨਾਲ। ਇਹਦਾ ਨਾਮ ਵੀ ਤੁਹਾਡੇ ਪੋਡਕਾਸਟ ਦਾ ਚਾਹ ਨਾਲ ਜੁੜਿਆ ਹੋਇਆ? ਬਿਲਕੁਲ, ਚਾਹ ਨਾਲ ਜੁੜਿਆ ਹੋਇਆ, ਚਾय ਵਿਦ ਟੀ। ਤਰੰਨੁਮ ਕਹਿਣਾ ਬਹੁਤ ਔਖਾ ਲੱਗਦਾ। ਅੱਛਾ, ਮੈਨੂੰ ਇਸ ਚੀਜ਼ ਦਾ ਚੰਡੀਗੜ੍ਹ ਨਹੀਂ ਸੀ ਪਤਾ ਲੱਗਦਾ ਹੁੰਦਾ। ਵੈਸੇ ਮੇਰੀ ਦਾਦੀ ਜੀ ਨੂੰ ਵੀ ਨਹੀਂ ਤਰੰਨੁਮ ਕਹਿਣਾ ਹੁੰਦਾ ਸੀ, ਬਹੁਤ ਔਖੇ ਹੁੰਦੇ ਸੀ। ਮੇਰੇ ਪਾਪਾ ਨੂੰ ਬਹੁਤ ਗੁੱਸਾ ਕਰਦੇ ਸੀ ਵੀ ਕੁੜੀ ਦਾ ਨਾਂ ਇੰਨਾ ਔਖਾ ਕਾਹਤੋਂ ਰੱਖਿਆ। ਇਹ ਨਾਨਾ ਜੀ ਦੀ ਦੇਣ ਹੈ ਤਰੰਨੁਮ। ਪਰ ਮੈਂ ਜਦੋਂ ਇੱਥੇ ਆਈ ਤਾਂ ਮੈਨੂੰ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਲੋਕਾਂ ਨੂੰ ਨਾਂ ਲੈਣਾ ਬਹੁਤ ਔਖਾ ਲੱਗਦਾ। ਸੋ ਚਾय ਵਿਦ ਟੀ ਇਸ ਲਈ ਕਿਉਂਕਿ ਹੁਣ ਫਰੈਂਡਸ ਦੇ ਵਿੱਚ ਟੀ ਕਹਿੰਦੇ ਆ, ਮੈਨੂੰ ਤਰੰਨੁਮ ਕਹਿਣਾ ਔਖਾ ਹੈ ਨਾ। ਇੱਕ ਗੋਰੇ ਜਦੋਂ ਜਾ ਕੇ ਚਾਹ ਆਰਡਰ ਕਰਦੇ ਆ, ਆਮ ਤੌਰ 'ਤੇ ਸਟਾਰਬਕਸ 'ਤੇ ਕਹਿਣਗੇ ਕੈਨ ਵੀ ਹੈਵ ਚਾय ਟੀ। ਸੋ ਅਸੀਂ ਉਹਨਾਂ ਦਾ ਮਜ਼ਾਕ ਉਡਾਉਂਦੇ ਹੁੰਦੇ ਵੀ ਤੁਸੀਂ 2 ਵਾਰੀ ਚਾਹ ਕਿਉਂ ਕਹਿ ਰਹੇ ਹੋ? ਆਈ ਵਾਂਟ ਚਾय। This is a chai with tea. This is chai with tea. And I hope ਕਿ ਤੁਸੀਂ ਵੀ ਸੁਣੋਗੇ ਥਿੰਨ ਸਾਹਿਬ। I would love your feedback. ਹਲੇ ਸ਼ੁਰੂ ਹੀ ਕੀਤਾ ਤੁਸੀਂ? ਹਾਂਜੀ, ਬਿਲਕੁਲ ਸ਼ੁਰੂ ਕੀਤਾ। ਔਰ ਇਹਦਾ ਇੱਕ ਐਲੀਮੈਂਟ YouTube ਵੀ ਹੋਵੇਗਾ। ਸੋ ਵੀਡੀਓਜ਼ ਜਿਹੜੀਆਂ ਨੇ 8 ਐਪੀਸੋਡ ਮੈਂ ਰਿਕਾਰਡ ਕਰ ਚੁੱਕੀ ਹਾਂ ਆਲਰੇਡੀ। ਸਪੋਟੀਫਾਈ ਤੇ ਹੋਏਗਾ, ਐਪਲ ਪੋਡਕਾਸਟ ਜਿਹੜੀਆਂ ਨੇ ਉਹਦੇ ਤੇ ਅਵੇਲੇਬਲ ਹੈ। YouTube ਚੈਨਲ ਮੈਂ ਲਾਂਚ ਕਰ ਰਹੀ ਹਾਂ, ਸੋ ਅਗਲੇ ਹਫ਼ਤੇ YouTube ਤੇ ਵੀ ਵੀਡੀਓਜ਼ ਅਵੇਲੇਬਲ ਹੋਣਗੀਆਂ। Very nice. Then people won't miss you. They will be in contact with you. I think more than the people missing me, I miss them. I really do. ਤਰੰਨੁਮ, ਅਖੀਰ 'ਚ ਤੁਸੀਂ ਸਾਡੀਆਂ ਅੱਜ ਜਿਹੜੀਆਂ ਸੁਣ ਰਹੀਆਂ ਮਾਵਾਂ ਨੇ ਸਪੈਸੀਫਿਕਲੀ, ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋ? ਮੇਰਾ ਇਹੀ ਸੁਨੇਹਾ ਹੈ ਮਾਵਾਂ ਨੂੰ ਕਿ ਆਪਣਾ ਖਿਆਲ ਰੱਖੋ। ਕਈ ਵਾਰੀ ਆਪਾਂ ਗਿਲਟ ਦੇ ਮਾਰੇ ਆਪਣੀ ਸਿਹਤ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਉਹ ਭਾਵੇਂ ਮਾਨਸਿਕ ਸਿਹਤ ਹੋਵੇ, ਭਾਵੇਂ ਸਰੀਰਕ ਸਿਹਤ ਹੋਵੇ, ਕਿਉਂਕਿ ਆਪਣੇ ਵਿੱਚ ਜਿੰਨੀ ਐਨਰਜੀ ਹੁੰਦੀ ਹੈ, ਜਿੰਨੀ ਸਮਰੱਥਾ ਹੁੰਦੀ ਹੈ, ਆਪਾਂ ਸਾਰੀ ਆਪਣੇ ਪਰਿਵਾਰ 'ਚ ਤੇ ਬੱਚਿਆਂ ਦੇ ਵਿੱਚ ਪਾ ਦਿੰਦੇ ਹਾਂ। ਆਪਣੀਆਂ ਰੀਝਾਂ ਨੂੰ, ਆਪਣੇ ਸੁਪਨਿਆਂ ਨੂੰ, ਆਪਣੀ ਸਿਹਤ ਨੂੰ ਇਗਨੋਰ ਕਰ ਦਿੰਦੇ ਹਾਂ। ਉਹ ਨਾ ਕਰੋ। ਔਰ ਉਹਦੀ ਵਜ੍ਹਾ ਇਹ ਹੈ ਕਿ ਜਦੋਂ ਤੱਕ ਤੁਸੀਂ 100% ਮਹਿਸੂਸ ਨਹੀਂ ਕਰਦੇ, ਤੁਸੀਂ ਬਾਕੀਆਂ ਨੂੰ ਖੁਸ਼ ਨਹੀਂ ਰੱਖ ਸਕਦੇ। ਸੋ ਆਪਣੇ ਉੱਤੇ ਤਵੱਜੋ ਦੇਣੀ ਬਹੁਤ ਜ਼ਰੂਰੀ ਹੈ। ਮੇਰੇ ਖਿਆਲ ਨਾਲ ਮਦਰਸ ਡੇ ਰੋਜ਼ ਹੋਣਾ ਚਾਹੀਦਾ। ਰੋਜ਼ ਆਪਣੀਆਂ ਮਾਵਾਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਉਹ ਕਿੰਨੀਆਂ ਖਾਸ ਨੇ। ਬਟ ਇਟਸ ਅ ਸਪੈਸ਼ਲ ਡੇ। ਆਪਣੇ ਮਾਮ ਨੂੰ ਪਲੀਜ਼ ਫੋਨ ਕਰਕੇ ਜ਼ਰੂਰ ਦੱਸੋ। ਜੋ ਮਾਵਾਂ ਵਰਗੀਆਂ ਨੇ ਉਹਨਾਂ ਨੂੰ ਵੀ ਜ਼ਰੂਰ ਦੱਸੋ ਕਿ ਉਹ ਕਿੰਨੀਆਂ ਖਾਸ ਨੇ। ਅਤੇ ਇੱਕ ਚੀਜ਼ ਮੈਂ ਜ਼ਰੂਰ ਕਹਿਣੀ ਚਾਹਾਂਗੀ ਕਿ ਬਹੁਤ ਸਾਰੇ ਇਹੋ ਜਿਹੇ ਫਾਦਰਸ ਨੇ ਥਿੰਨ ਸਾਹਿਬ, ਜੋ ਮਾਵਾਂ ਬਣ ਕੇ ਆਪਣੇ ਬੱਚਿਆਂ ਨੂੰ ਰੇਜ਼ ਕਰ ਰਹੇ ਨੇ। ਸਿੰਗਲ ਫਾਦਰਸ ਨੇ, ਉਹਨਾਂ ਨੂੰ ਵੀ hats off to them. And ਮੈਂ ਡੈਫੀਨੇਟਲੀ ਆਪਣੇ ਫਾਦਰ ਦਾ ਸ਼ੁਕਰੀਆ ਅਦਾ ਕਰਨਾ ਚਾਹੂੰਗੀ ਜਿਨ੍ਹਾਂ ਨੇ ਮੈਨੂੰ ਰੇਜ਼ ਕੀਤਾ ਮਾਂ ਬਣ ਕੇ, ਫਾਦਰ ਬਣ ਕੇ। ਸੋ ਯਾ ਇਟਸ ਅ ਵੈਰੀ ਸੈਲਫਲੈਸ ਜੌਬ। ਕਦੇ ਕਦੇ ਹੱਲਾਸ਼ੇਰੀ ਦੇਣੀ, ਐਕਨੋਲੇਜ ਕਰ ਦੇਣਾ ਉਹਨਾਂ ਨੂੰ। ਕੋਈ ਬਹੁਤਾ ਨਹੀਂ ਚਾਹੀਦਾ ਹੁੰਦਾ ਮਾਵਾਂ ਨੂੰ, ਸਿਰਫ ਇਹ ਹੀ ਚਾਹੀਦਾ ਹੁੰਦਾ ਕਿ ਉਹਨਾਂ ਦੇ ਬੱਚੇ ਨੇ ਉਹਦੇ ਨਾਲ ਪਿਆਰ ਨਾਲ ਗੱਲ ਕੀਤੀ, ਬਸ ਬੱਲੇ ਮਾਮ ਕਰਕੇ ਜੱਫੀ ਪਾ ਲੈਣ, ਬਸ ਉਹਦੇ ਨਾਲ ਹੀ। That's all you need. Yeah. Tarannum, thank you. ਬਹੁਤ ਮਿਹਰਬਾਨੀ। My pleasure. Thank you. Thank you so much.